ਹਾਜ਼ਰ ਹਾਂ ਸਾਡੇ ਫੇਸਬੁੱਕ ਪੇਜ ਦੇ ਉੱਤੇ। ਅੱਜ ਜਿਹੜਾ ਵਿਸਾਖੀ ਦਾ ਪਵਿੱਤਰ ਦਿਹਾੜਾ, ਵਿਸਾਖੀ ਦੇ ਨਾਲ ਨਾਲ ਖਾਲਸਾ ਸਿਰਜਣਾ ਦਿਵਸ ਦਾ ਵੀ ਦਿਹਾੜਾ ਹੈ ਅੱਜ, ਜਿਹੜਾ ਕਿ ਹਮੇਸ਼ਾ ਹੀ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ। ਪਰ ਜੇ ਇਸ ਵਾਰ ਦੀ ਗੱਲ ਕਰੀਏ ਤਾਂ ਕਰੋਨਾ ਵਾਇਰਸ ਦੇ ਸਦਕਾ ਜਿਹੜੇ ਹੁਕਮ ਹੋਏ ਸੀ ਉਹ ਘਰੇ ਬੈਠ ਕੇ ਹੀ ਮਨਾਉਣ ਦੇ ਸੀ, ਕਿ ਘਰੇ ਬੈਠ ਕੇ ਆਪਾਂ ਪਾਠ ਕਰੀਏ, ਅਰਦਾਸ ਕਰੀਏ। ਤੇ ਅੱਜ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਅਸੀਂ ਗੱਲ ਕਰਾਂਗੇ। ਮੇਰੇ ਨਾਲ ਮੌਜੂਦ ਨੇ ਗਗਨਦੀਪ ਸਿੰਘ ਗੁਰਾਇਆ, ਜੋ ਕਿ ਸੀਨੀਅਰ ਐਡਵੋਕੇਟ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਵੈਲਕਮ ਕਰੀਏ, ਫਿਰ ਗੱਲ ਅੱਗੇ ਤੌਰ ਤੇ ਆ। ਗੁਰਾਇਆ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੁਰਾਇਆ ਸਾਹਿਬ, ਅੱਜ ਵਿਸਾਖੀ ਦੇ ਦਿਹਾੜੇ ਨੂੰ ਲੈ ਕੇ ਆਪਾਂ ਗੱਲ ਕਰਨ ਲੱਗੇ ਹਾਂ, ਕਿਉਂਕਿ ਵਿਸਾਖੀ ਦਾ ਦਿਹਾੜਾ ਜਿਹੜਾ ਆਪਾਂ ਬੜੇ ਧੂਮਧਾਮ ਨਾਲ ਮਨਾਉਂਦੇ ਹਾਂ। ਅੱਗੇ ਹਮੇਸ਼ਾ ਹੀ ਗੁਰਦੁਆਰਾ ਸਾਹਿਬ ਜਾਣੇ ਨਤਮਸਤਕ ਹੁੰਦੇ ਆ, ਪਰ ਇਸ ਵਾਰੀ ਜਿਹੜੇ ਸਰਕਾਰੀ ਆਰਡਰ ਵੀ ਸੀ, ਉੱਥੋਂ ਹੀ ਅਕਾਲ ਤਖਤ ਸਾਹਿਬ ਦੇ ਵੀ ਆਰਡਰ ਸੀਗੇ ਕਿ ਇਸ ਦਿਹਾੜੇ ਨੂੰ ਜਿਹੜਾ ਆਪਣੇ ਘਰੇ ਮਨਾਇਆ ਜਾਵੇ। ਸਭ ਤੋਂ ਪਹਿਲਾਂ ਵਿਸਾਖੀ ਦੇ ਦਿਹਾੜੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਫਿਰ ਆਪਾਂ ਅੱਗੇ ਆਪਣੀ ਗੱਲਬਾਤ ਕਰਾਂਗੇ। ਜੀ ਜਸਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਟਾਰ ਕੈਨੇਡਾ ਦੇ ਪੂਰੇ ਦਰਸ਼ਕ ਜੋ ਸਰੋਤੇ ਦੂਰ ਦੁਰੇਡੇ ਬੈਠੇ ਸੁਣਦੇ ਨੇ ਜਾਂ ਦੇਖਦੇ ਨੇ, ਤਾਂ ਮੈਂ ਸਾਰੇ ਆਵਾਮ ਨੂੰ, ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ, ਗੱਲ ਕਿ ਜਿੱਥੇ ਜਿੱਥੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਇਨਸਾਨ ਬੈਠਾ ਹੈ, ਤੇ ਇਸ ਮਾਧਿਅਮ ਰਾਹੀਂ ਸਟਾਰ ਕੈਨੇਡਾ ਦੇ ਜ਼ਰੀਏ ਮੈਂ ਸਾਰਿਆਂ ਨੂੰ, ਤੁਹਾਡੀ ਸਾਰੀ ਟੀਮ ਨੂੰ, ਜਿੱਥੇ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ, ਉੱਥੇ ਪੰਜਾਬੀਆਂ ਦੇ ਬੜੇ ਹੀ ਖੁਸ਼ੀਆਂ ਵਾਲੇ ਤਿਉਹਾਰ ਵਿਸਾਖੀ ਤੇ ਲੱਖ ਲੱਖ ਮੁਬਾਰਕਬਾਦ ਦਿੰਦਾ। ਤੇ ਗੱਲ ਤੁਸੀਂ ਕਰੀਏ ਜੀ ਵਿਸਾਖੀ ਦੇ ਜਾਂ ਖਾਲਸਾ ਸਾਜਨਾ ਦਿਵਸ ਦੇ ਦਿਹਾੜੇ ਦੇ ਪਿਛੋਕੜ ਦੀ, ਇਸ ਦੀ ਜਸਪ੍ਰੀਤ ਜੀ ਬਹੁਤ ਵੱਡੀ ਇੱਕ ਧਾਰਮਿਕ ਮਹੱਤਤਾ, ਜਿੱਥੇ ਉੱਥੇ ਸੱਭਿਆਚਾਰਕ ਸਮਾਜਿਕ ਸਾਡੀਆਂ ਤੰਦਾਂ ਜੁੜੀਆਂ ਹੋਈਆਂ ਇਸ ਨਾਲ। ਇਹ ਬੜਾ ਇੱਕ ਖੁਸ਼ੀਆਂ ਵਾਲਾ ਤਿਉਹਾਰ ਹੈ। ਜੇ ਮੈਂ ਧਾਰਮਿਕ ਵਿਰਸੇ ਤੋਂ ਗੱਲ ਕਰਾਂ ਤਾਂ ਹੋ ਸਕਦਾ ਮੇਰੀ ਗੱਲ ਥੋੜੀ ਜਿਹੀ ਅਚੰਭੇ ਵਾਲੀ ਲੱਗੇ। ਜਿੱਥੇ ਅੱਜ ਦੇ ਦਿਨ ਮੈਂ 15 ਅਪ੍ਰੈਲ 1469 ਈਸਵੀ ਨੂੰ ਜਿੱਥੋਂ ਸਿੱਖ ਕੌਮ ਦੀ ਜੜ ਲੱਗੀ, ਸਿੱਖ ਕੌਮ ਦਾ ਬੂਟਾ ਫੁਲਵਾੜੀ ਸ਼ੁਰੂਆਤ ਹੋਈ, ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਵਿਖੇ ਸਭ ਤੋਂ ਪਹਿਲੇ ਗੁਰੂ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਪੁਰਬ ਹੋਇਆ ਉਹਨਾਂ ਦਾ ਜੀ। ਉਹਨਾਂ ਨੇ ਅਵਤਾਰ ਧਾਰਿਆ ਅੱਜ ਦੇ ਦਿਨ, ਕਿਉਂਕਿ ਬਹੁਤ ਸਾਰੀਆਂ, ਜੇ ਆਪਾਂ ਪੁਰਾਤਨ ਸਾਖੀਆਂ ਦੀ ਗੱਲ ਕਰੀਏ, ਭਾਵੇਂ ਉਹ ਪੁਰਾਤਨ ਸਾਖੀ ਹੈ, ਭਾਵੇਂ ਉਹ ਭਾਈ ਮਨੀ ਸਿੰਘ ਜੀ ਦੀ ਸਾਖੀ ਹੈ, ਭਾਵੇਂ ਉਹ ਵੈਰੋਵਾਲ ਵਾਲੀ ਪੁਰਾਤਨ ਸਾਖੀ ਹੈ, ਤੇ ਅਲੱਗ-ਅਲੱਗ ਸਾਖੀਆਂ ਦੇ ਵਿੱਚ ਇਸ ਦਾ ਵਰਣਨ ਮਿਲਦਾ ਹੈ। ਅੱਜ ਤੁਸੀਂ ਜੇ ਗੂਗਲ ਖੋਲ ਕੇ ਦੇਖੋ ਵਿਕੀਪੀਡੀਆ ਦੇ ਉੱਪਰ ਵੀ, ਤਾਂ 15 ਅਪ੍ਰੈਲ 1469 ਉਹਨਾਂ ਦੀ ਜਨਮ ਤਰੀਕ ਹੈ, ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ। ਉਹ ਗੱਲ ਅਲੱਗ ਹੈ ਕਿ ਕੁਝ ਜਿਵੇਂ ਇੱਕ ਸਾਖੀ ਭਾਈ ਬਾਲਾ ਜੀ ਵਾਲੀ ਸਾਖੀ, ਉਹਦੇ ਵਿੱਚ ਅੰਕਿਤ ਹੈ ਕਿ ਉਹਨਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ। ਤੇ ਜਿਵੇਂ ਜਿਵੇਂ ਪੰਥ ਦੇ ਵਿੱਚ ਅੱਗੇ ਰੀਤ ਪੈ ਗਈ, ਟ੍ਰੈਡੀਸ਼ਨ ਚੱਲ ਪਿਆ, ਤੇ ਸੈਲੀਬ੍ਰੇਸ਼ਨ ਜੋ ਅਸੀਂ ਮਨਾਉਂਦੇ ਆ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਆ, ਕਿਉਂਕਿ ਗੁਰੂ ਸਾਹਿਬ ਨੇ ਇਹੀ ਦਿਨ ਚੁਣਿਆ ਸੀ ਖਾਲਸੇ ਦੀ ਸਾਜਣਾ ਵਾਸਤੇ। ਸੋ ਜਿੱਥੇ ਉਸ ਦੇ ਲਈ ਲੱਖ ਲੱਖ ਵਧਾਈਆਂ ਸਾਰੇ ਜਗਤ ਨੂੰ, ਉੱਥੇ ਅੱਜ ਦੇ ਦਿਨ 1666 ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਨਮ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ। 1699 ਦੇ ਵਿੱਚ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ, ਜਿੱਥੇ ਖਾਲਸੇ ਦੀ ਸਾਜਣਾ ਹੋਈ, ਪੰਜ ਪਿਆਰਿਆਂ ਦੇ ਰੂਪ ਦੇ ਵਿੱਚ, ਇੱਕ ਐਸਾ ਇੱਕ ਯੁੱਗ ਪਲਟਾਊ, ਜੇ ਮੈਂ ਕਹਿਦਾ ਕਿ ਉਹ ਇੱਕ ਵਰਤਾਰਾ ਸੀ, ਜੋ ਯੁੱਗ ਪਲਟਾਊ ਘਟਨਾ ਸੀ, ਜੋ ਖਾਲਸੇ ਦੀ ਸਿਰਜਣਾ ਕਰਨੀ, ਕਿਉਂਕਿ ਖਾਲਸੇ ਦਾ ਜਨਮ ਨਹੀਂ ਹੋਇਆ, ਖਾਲਸਾ ਪਰਮਾਤਮ ਕੀ ਮੌਜ ਦੇ ਵਿੱਚ ਪ੍ਰਗਟਿਆ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਤਾਂ ਗੁਰੂ ਸਾਹਿਬ ਨੇ 80,000 ਦੇ ਇਕੱਠ ਦੇ ਵਿੱਚੋਂ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ, ਜੋ ਕਿ ਦੇਸ਼ ਦੇ ਵੱਖ-ਵੱਖ ਖਿੱਤਿਆਂ ਵਿੱਚੋਂ ਆਏ ਹੋਏ ਸੀ, ਉਹਨਾਂ ਦੀ ਚੋਣ ਕੀਤੀ। ਇਲੈਕਸ਼ਨ ਨਹੀਂ ਕੀਤੀ, ਸਿਲੈਕਸ਼ਨ ਕੀਤੀ। ਸਿਲੈਕਸ਼ਨ ਦੇ ਰਾਹੀਂ ਉਹ ਖਾਲਸੇ ਨੂੰ ਸਾਜਿਆ। ਖਾਲਸੇ ਦਾ ਜਨਮ ਨਹੀਂ ਹੋਇਆ, ਖਾਲਸੇ ਦੀ ਸਿਰਜਣਾ ਹੋਈ ਹੈ, ਤੇ ਪ੍ਰਮਾਤਮਾ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅਨੁਸਾਰ ਹੋਈ ਹੈ। ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਦੀ ਧਰਤੀ ਦੇ ਉੱਪਰ ਇਹ ਖਾਲਸੇ ਦੀ ਸਿਰਜਣਾ ਹੋਈ ਹੈ। ਸੋ ਇਹ ਤਾਂ ਸੀ ਧਾਰਮਿਕ ਜੋ ਪਿਛੋਕੜ। ਤੇ ਕੁਛ ਇਸ ਦਿਨ ਸੱਭਿਆਚਾਰਕ ਦੇ ਤੌਰ ਤੇ ਜਾਣੀਏ ਤਾਂ ਸੱਭਿਆਚਾਰਕ ਪਿਛੋਕੜ ਵੀ ਬੜਾ ਵੱਡਾ। ਅੱਜ ਵਿਸਾਖੀ ਦਾ ਦਿਨ ਹੈ। ਵਿਸਾਖੀ ਨੂੰ ਤਕਰੀਬਨ ਜੇ ਗੱਲ ਕਰੀਏ ਤਾਂ ਕਲਚਰਲ, ਸਾਡਾ ਕਲਚਰ ਕੀ ਕਹਿੰਦਾ, ਮੈਨੂੰ ਯਾਦ ਹੈ ਕਿ ਨੰਦ ਲਾਲ ਨੂਰਪੁਰੀ ਜੀ ਪੰਜਾਬੀ ਦੇ ਬੜੇ ਉਹਨਾਂ ਨੇ ਲਿਖਿਆ ਕਿ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਕੱਚੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਗੱਲ ਕੇਵਲ ਇੱਥੇ ਜੱਟ ਦੀ ਨਹੀਂ, ਜ਼ਿਮੀਂਦਾਰਾਂ ਜੋ ਕਿਉਂਕਿ ਜੱਟ ਜੋ ਜ਼ਿਮੀਂਦਾਰ ਜੋ ਕਿਸਾਨੀ ਹੈ ਪੰਜਾਬ ਦੀ, ਉਹ ਇਸ ਨਾਲ ਜੁੜੀ ਹੋਈ ਹੈ। ਸਾਡੀਆਂ ਅੱਜ ਦੇ ਦਿਨ ਫਸਲਾਂ ਪੱਕ ਜਾਂਦੀਆਂ ਲਗਭਗ ਇਹ ਦਿਨਾਂ ਦੇ ਵਿੱਚ। ਉਹ ਗੱਲ ਲੱਗ ਗਿਆ ਕਿ ਹੁਣ ਥੋੜਾ ਜਿਹਾ ਮੌਸਮ ਨੇ ਕਰਵਟ ਲਈ ਹੈ, ਕਿਉਂਕਿ ਠੰਡ ਕਾਫੀ ਲੰਮਾ ਚੱਲ ਗਈ। ਹਜੇ ਵਾਢੀ ਦਾ ਸੀਜ਼ਨ ਲਗਭਗ ਸਟਾਰਟ ਹੈ, 1-2 ਦਿਨ ਦੇ ਵਿੱਚ ਮੰਡੀਆਂ ਦੇ ਵਿੱਚ ਕਣਕ ਆਉਣ ਲੱਗ ਜਾਣੀ ਹੈ।
ਆਹ ਦਿਨਾਂ ਦੇ ਵਿੱਚ ਅਕਸਰ ਕਣਕ ਪੱਕ ਕੇ, ਫਸਲ ਪੱਕ ਕੇ ਕਿਸਾਨੀ ਦੇ ਜ਼ਿਮੀਂਦਾਰਾਂ ਦੇ ਘਰ ਆ ਜਾਂਦੀ ਸੀ, ਬੋਲ ਆ ਜਾਂਦੇ ਸੀ, ਤੇ ਉਹਦੇ ਵਿੱਚ ਜਿੰਨੇ ਉਹਨਾਂ ਦੇ ਜੋ ਸੀਰੀ ਸੀ ਨਾਲ ਸਾਂਝੀ ਜਾਂ ਹੋਰ ਆਸੇ-ਪਾਸੇ ਗਰੀਬ ਗੁਰਬਾ, ਤੇ ਉਹਨਾਂ ਸਾਰਿਆਂ ਦੇ ਵਿੱਚ ਵੰਡੀ ਜਾਂਦੀ ਸੀ ਤੇ ਸਾਰੇ ਰੱਜ ਕੇ ਖੁਸ਼ੀ ਮਨਾਉਂਦੇ ਸੀ, ਖੁਸ਼ ਹੁੰਦੇ ਸੀ ਕਿ ਕਿਉਂਕਿ ਇਹ ਘਰਾਂ ਦੇ ਵਿੱਚ ਜਦੋਂ ਬੋਲ ਆ ਜਾਣਾ, ਕਣਕ ਆ ਜਾਣੀ ਹੈ, ਤੇ ਸਾਰਿਆਂ ਦੇ ਨਾਲ। ਅੱਛਾ, ਇੱਕ ਗੱਲ ਹੋਰ ਹੈ, ਇਹ ਸਾਰਾ ਨਾ ਸਿਸਟਮ ਇੱਕ ਦੂਜੇ ਨਾਲ ਜੁੜਿਆ ਹੁੰਦਾ ਹੈ, ਜਿਹੜਾ ਇਹ ਸਿਸਟਮ ਹੈ, ਕਿਉਂਕਿ ਕਿਸਾਨੀ ਦੇ ਤੌਰ ਤੇ ਜ਼ਿਮੀਂਦਾਰਾਂ ਦੇ ਕੋਲ ਕਣਕ ਆਏਗੀ ਤਾਂ ਆੜਤੀ ਕੋਲ ਜਾਏਗੀ, ਆੜਤੀ ਤੋਂ ਕਿਉਂ ਫਿਰ ਬਿਜ਼ਨਸਮੈਨਾਂ ਦੇ ਕੋਲ ਪੈਸਾ ਜਾਏਗਾ। ਹਰੇਕ ਆਪਣੀ ਮੰਗ ਪੂਰੀ ਹੁੰਦੀ ਹੈ, ਜ਼ਰੂਰਤ ਪੂਰੀ ਹੁੰਦੀ ਹੈ, ਪੈਸਾ ਸਰਕੂਲੇਟ ਹੁੰਦਾ ਤੇ ਪੂਰਾ ਮਾਰਕੀਟ 'ਚ ਪੈਸਾ ਫੈਲਦਾ। ਇਸ ਤਰੀਕੇ ਨਾਲ ਨੱਚ ਕੇ ਗਾ ਕੇ ਸਾਡਾ ਪੰਜਾਬ ਦਾ ਜੋ ਪਿਛੋਕੜ ਹੈ, ਪੇਂਡੂ ਕਲਚਰ ਹੈ, ਉਹ ਵੀ ਇਸ ਵਿਸਾਖੀ ਨੂੰ ਜੁੜਿਆ ਹੋਇਆ ਹੈ। ਤਾਂ ਕਰਕੇ ਇਸ ਵਿਸਾਖੀ ਦੀ, ਇਸ ਖਾਲਸਾ ਸਿਰਜਣ ਦਿਹਾੜੇ ਦੀ ਜਿੱਥੇ ਧਾਰਮਿਕ ਮਹੱਤਤਾ ਹੈ, ਉੱਥੇ ਸਮਾਜਿਕ ਅਤੇ ਸੱਭਿਆਚਾਰਕ ਬੜੀ ਵੱਡੀ ਮਹੱਤਤਾ ਹੈ। ਬਿਲਕੁਲ, ਪਰ ਅੱਜ ਦਾ ਜਿਹੜਾ ਦਿਹਾੜਾ ਤੁਹਾਨੂੰ ਪਤਾ ਕਿ ਜਿਹੜਾ ਕਰਫਿਊ ਲੱਗਿਆ ਹੋਇਆ ਪੰਜਾਬ ਦੇ ਵਿੱਚ, ਜੇ ਦੂਜੇ ਪਾਸੇ ਗੱਲ ਕਰੀਏ ਆਪਾਂ, ਮਾਹੌਲ ਜਿਹੜਾ ਕੀ ਬਣਿਆ ਹੈ ਕਰੋਨਾ ਵਾਇਰਸ ਕਰਕੇ, ਉਹਦੇ ਕਰਕੇ ਆਦੇਸ਼ ਹੋਏ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨਾਂ ਦੇ, ਤੇ ਉਸ ਬਾਰੇ ਕੀ ਕਹਿੰਦੇ ਹੋ ਜੀ? ਜਸਪ੍ਰੀਤ ਜੀ, ਦੇਖੋ, ਗੁਰਬਾਣੀ ਦੇ ਵਿੱਚ ਲਿਖਿਆ ਕਿ ਵਕਤ ਵਿਚਾਰੇ ਸੋ ਬੰਦਾ ਹੋਏ। ਠੀਕ ਹੈ ਕਿ ਅੱਜ ਇੱਕ ਮਹਾਮਾਰੀ ਨੇ, ਇੱਕ ਜਿਹੜੀ ਬੜੀ ਵੱਡੀ ਅਲਾਮਤ ਜਿਹੜੀ ਪੂਰੀ ਦੁਨੀਆ ਦੇ ਵਿੱਚ, ਨਾ ਕੇਵਲ ਭਾਰਤ ਵਰਸ਼ 'ਚ, ਨਾ ਕੇਵਲ ਪਾਕਿਸਤਾਨ, ਨਾ ਅਮਰੀਕਾ, ਨਾ ਕੈਨੇਡਾ, ਕਿ ਇਟਲੀ, ਯੂਰਪ, ਆਸਟ੍ਰੇਲੀਆ, ਸਾਰੇ ਅਲੱਗ-ਅਲੱਗ ਮਹਾਦੀਪ, ਮਤਲਬ ਮੈਂ ਤਾਂ ਸਾਡੀ ਹਯਾਤੀ ਦੇ ਵਿੱਚ ਤਾਂ ਕੀ ਮੈਨੂੰ ਲੱਗਦਾ ਬਜ਼ੁਰਗ ਅਸੀਂ ਸੁਣਦੇ ਆ ਕਿ ਉਹਨਾਂ ਦੀ ਹਯਾਤੀ ਦੇ ਵਿੱਚ, ਜ਼ਿੰਦਗੀ ਦੇ ਵਿੱਚ ਏਡੀ ਵੱਡੀ ਸੰਕਟ ਨਹੀਂ ਕਦੇ ਸੁਣਨ ਨੂੰ ਮਿਲਿਆ। ਤੇ ਇਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ, ਕਿਉਂਕਿ ਭਾਵੇਂ ਵੱਖ-ਵੱਖ ਮੌਤਾਂ ਵੀ ਹੋ ਚੁੱਕੀਆਂ ਇਸ ਕਰੋਨਾ ਵਾਇਰਸ, ਜਿਹਨੂੰ ਕੋਵਿਡ-19 ਦੇ ਨਾਲ ਜਾਣਿਆ ਜਾਂਦਾ ਹੈ, ਪਰ ਜਿਹੜੀ ਸਭ ਤੋਂ ਵੱਡੀ ਇਹ 'ਚ ਇਹਤਿਆਤ ਵਰਤਣ ਦੀ ਗੱਲ ਹੈ, ਉਹ ਇਹੀ ਹੈ ਕਿ ਤੁਸੀਂ ਸੋਸ਼ਲ ਡਿਸਟੈਂਸ ਜ਼ਰੂਰ ਰੱਖਣਾ ਹੈ, ਆਈਸੋਲੇਟ ਆਪਣੇ ਘਰਾਂ ਦੇ ਵਿੱਚ ਰਹਿਣਾ, ਕਿਉਂਕਿ ਛੂਤ ਦੀ ਬਿਮਾਰੀ ਹੈ। ਛੂਤ ਦੀ ਬਿਮਾਰੀ, ਜਦੋਂ ਆਪਾਂ ਬਾਹਰ ਨਿਕਲਾਂਗੇ, ਇੱਕ ਦੂਜੇ ਨਾਲ ਮਿਲਾਂਗੇ, ਨਾ ਚਾਹੁੰਦੇ ਹੋ, ਕਿਉਂਕਿ ਕੁਝ ਗੱਲਾਂ ਇਹ ਵੀ ਸੁਣ ਚ ਆ ਰਹੀਆਂ ਕਿ ਹਵਾ ਦੇ ਵਿੱਚ ਵੀ, ਪਰ ਭਾਵੇਂ ਹਜੇ ਸੱਚਾਈ ਨਹੀਂ ਇਹਦੇ ਵਿੱਚ, ਆਉਣ ਵਾਲੀ ਸਟੇਜ ਦੇ ਵਿੱਚ ਜੇ ਅਸੀਂ ਨਾ ਸੁਧਰੇ ਤਾਂ ਏਦਾਂ ਹੋ ਸਕਦਾ ਹੈ। ਤਾਂ ਇਹਦੇ ਲਈ ਇਹਤਿਆਤ ਵਰਤਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਉਸ ਕਰਕੇ ਭਾਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਫੈਸਲਾ ਲਿਆ ਹੈ, ਜਾਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਫੈਸਲੇ ਲਏ ਨੇ, ਜਾਂ ਪ੍ਰਸ਼ਾਸਨ ਹੈ, ਸਰਕਾਰਾਂ ਆਪਣੀ ਤੌਰ ਤੇ ਲੱਗੀਆਂ ਹੋਈਆਂ ਕਿ ਠੀਕ ਹੈ ਕਿ ਵਿਸਾਖੀ ਦਾ ਦਿਹਾੜਾ ਸਿੱਖਾਂ ਲਈ, ਗੁਰੂ ਨਾਨਕ ਨਾਮ ਲੇਵਾ ਕੇਵਲ ਸਿੱਖਾਂ ਲਈ ਨਹੀਂ, ਹਰ ਧਰਮ, ਜ਼ਾਤ, ਹਰ ਮਜ਼ਹਬ, ਹਰ ਫਿਰਕੇ ਦੇ ਲੋਕ ਲਈ ਬੜਾ ਇੱਕ ਵਡਮੁੱਲਾ ਤੇ ਬੜੀ ਮਹੱਤਤਾ ਰੱਖਦਾ ਹੈ। ਇਸ ਸਮੇਂ ਅਸੀਂ ਅੱਗੇ ਗੁਰਦੁਆਰਿਆਂ ਦੇ ਵਿੱਚ ਬਹੁਤ ਵੱਡੀਆਂ ਲਾਈਨਾਂ ਲੱਗਦੀਆਂ ਸੀ, ਬੜੀ ਸੰਗਤ ਹੁੰਮ ਆ ਕੇ ਪਹੁੰਚਦੀ ਸੀ, ਸੰਗਤ ਦਾ ਹੜ ਆ ਜਾਂਦਾ ਸੀ ਗੁਰਦੁਆਰਿਆਂ ਦੇ ਵਿੱਚ, ਕਿਉਂਕਿ ਸਾਡੀ ਇਹਦੇ ਨਾਲ ਆਸਥਾ ਜੁੜੀ ਹੋਈ ਹੈ। ਪਰ ਜਾਨ ਹੈ ਤਾਂ ਜਹਾਨ ਹੈ। ਜੇਕਰ ਹੁਣ ਸਮੇਂ ਦੀ ਲੋੜ ਹੈ, ਸਮਾਂ ਮੰਗ ਕਰਦਾ ਹੈ ਕਿ ਅਸੀਂ ਵਕਤ ਵੇਖਣਾ, ਵਕਤ ਕੀ ਚੱਲ ਰਿਹਾ ਹੈ। ਜੇਕਰ ਸਾਡੇ ਨਾ ਜਾਇਆ ਸਰ ਸਕਦਾ ਹੈ ਤਾਂ ਸਾਨੂੰ ਨਹੀਂ ਜਾਣਾ ਚਾਹੀਦਾ ਹੈ। ਬਿਲਕੁਲ, ਜੇ ਨਾ ਜਾਣੇ ਸਰ ਸਕਦਾ, ਨਹੀਂ ਜਾਣਾ ਚਾਹੀਦਾ, ਪਰ ਕਈ ਲੋਕ ਐਸੇ ਨੇ ਜਿਹੜੇ ਹੁਣ ਇਸ ਸਮੇਂ ਕਹਿ ਰਹੇ ਆ ਕਿ ਅਸੀਂ ਥੋੜਾ ਜਿਹਾ ਜਿਹੜਾ ਗੁਰੂ ਤੋਂ ਦੂਰ ਹੁੰਦੇ ਜਾਪਦੇ ਆ, ਜਾਂ ਉਹਨਾਂ ਨੂੰ ਇਹ ਲੱਗ ਰਿਹਾ ਕਿ ਜਾਣਾ ਜ਼ਰੂਰੀ ਸੀ, ਨਕਮਸਤਕ ਹੋਣਾ ਜ਼ਰੂਰੀ ਸੀ, ਪਰ ਸਰਕਾਰਾਂ ਰੋਕ ਰਹੀਆਂ। ਉਹਨਾਂ ਲੋਕਾਂ ਲਈ ਕੀ ਕਹਿੰਦੇ ਹੋ? ਦੇਖੋ, ਮੈਂ ਫਿਰ ਆਪਾਂ ਗੱਲ ਗੁਰਬਾਣੀ ਦੀ ਹੀ ਕਰਾਂਗੇ। ਗੁਰਬਾਣੀ ਦੇ ਵਿੱਚ ਬੜੀ ਸਪਸ਼ਟ ਲਿਖਿਆ ਕਿ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵੀ ਸੋਆ। ਜਦੋਂ ਗੁਰੂ ਸਾਹਿਬ ਨੇ ਸਿੱਖ ਫਲਸਫਾ ਦਿੱਤਾ ਸੀ, ਜ਼ਿਆਦਾ ਜਟਿਲ ਨਹੀਂ ਸੀ ਬਣਾਇਆ, ਬੜੀ ਫਲੈਕਸੀਬਿਲਿਟੀ ਸੀ। ਕਿਉਂਕਿ ਪਹਿਲਾਂ ਗੁਰਦੁਆਰਾ ਸਾਹਿਬ, ਅਸੀਂ ਹੁਣ ਕਹਿਣ ਲੱਗੇ ਹਾਂ, ਪਹਿਲਾਂ ਗੁਰਦੁਆਰਾ ਸਾਹਿਬ ਨੂੰ ਧਰਮਸ਼ਾਲਾ ਹੀ ਕਿਹਾ ਜਾਂਦਾ ਸੀ, ਤੇ ਗੁਰੂ ਸਾਹਿਬ ਨੇ ਫਲਸਫਾ ਇਹ ਦਿੱਤਾ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਕਿ ਮੈਂ ਆਪਣੇ ਪਿਛੋਕੜ ਦੀ ਸੀ ਗੱਲ ਕਰੀਏ, ਇਤਿਹਾਸ ਦੀ, ਠੀਕ ਹੈ, ਉਹਨਾਂ ਦੀ ਭਾਵਨਾਵਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੀਆਂ ਹੋਈਆਂ, ਉਹ ਵੀ ਨਤਮਸਤਕ ਅਸੀਂ ਉਹਨੂੰ ਸਿਜਦਾ ਕਰਦੇ ਹਾਂ ਉਹਨਾਂ ਭਾਵਨਾਵਾਂ ਨੂੰ, ਪਰ ਸਮਾਂ ਜ਼ਰੂਰ ਵਿਚਾਰਨਾ ਚਾਹੀਦਾ ਹੈ। ਮੈਂ ਧਾਰਮਿਕ ਪਰਿਪੇਖ 'ਚ ਗੱਲ ਕਰਦਾ, ਪਿਛੋਕੜ ਦੇ ਵਿੱਚ ਜਦੋਂ 18ਵੀਂ ਸਦੀ ਦਾ ਸਮਾਂ ਸੀ, ਉਦੋਂ ਅਕਸਰ ਸਿੱਖਾਂ ਨੇ ਬਹੁਤ ਸਾਰੇ ਕਸ਼ਟ ਝੱਲੇ। ਸਿੱਖ ਸ਼ਹਿਰਾਂ ਚੋਂ, ਪਿੰਡਾਂ ਦੇ ਵਿੱਚੋਂ, ਆਪਣੇ ਘਰਾਂ ਚੋਂ ਰੂਪੋਸ਼ ਹੋ ਕੇ ਰਹਿਣਾ ਪਿਆ। ਜੰਗਲਾਂ ਦੇ ਵਿੱਚ ਉਹਨਾਂ ਨੇ ਵਾਸਾ ਕੀਤਾ। ਜੰਗਲਾਂ ਦੇ ਵਿੱਚ ਅਕਸਰ ਘੋੜਿਆਂ ਦੀਆਂ ਪਿੱਠਾਂ ਸਿੱਖਾਂ ਦਾ ਆਸਣ ਹੋਇਆ ਕਰਦਾ ਸੀ। ਤੇ ਉਸ ਸਮੇਂ ਦੌਰਾਨ ਜੋ ਸਫਰੀ ਬੀੜਾਂ ਹੋਂਦ ਵਿੱਚ ਆਈਆਂ, ਸਫਰੀ ਬੀੜਾਂ ਜੋ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਲਕੀ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ, ਉਦੋਂ ਨਿੱਕੀਆਂ ਬੀੜਾਂ ਸਿੱਖਾਂ ਨੇ, ਕਿਉਂਕਿ ਸਿੱਖ ਬਾਣੀ ਨਾਲ ਉਹਨੇ ਸੀ ਟੁੱਟ ਸਕਦਾ, ਸਿੱਖ ਨੇ ਉੱਥੇ ਜਾ ਕੇ ਜੀ
ਜੀ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਨੈਟਵਰਕ ਦਾ ਇਸ਼ੂ ਹੈਗਾ ਗੁਰਾਇਆ ਸਾਹਿਬ ਨਾਲ। ਗੁਰਾਇਆ ਸਾਹਿਬ ਆਵਾਜ਼ ਆ ਰਹੀ ਹੈ ਮੇਰੀ ਇੱਕ ਵਾਰੀ? ਹੈਲੋ ਗੁਰਾਇਆ ਸਾਹਿਬ ਦਾ ਜਿਹੜਾ ਲਿੰਕ ਆ ਉਹ ਟੁੱਟ ਚੁੱਕਿਆ ਸਾਡੇ ਨਾਲੋਂ, ਕਿਉਂਕਿ ਤੁਹਾਨੂੰ ਪਤਾ ਵੀ ਇਹ ਸਭ ਕੁਝ ਜਿਹੜਾ ਆਨਲਾਈਨ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਇਹ ਜ਼ਰੂਰੀ ਬਣ ਜਾਂਦਾ ਸੀ ਕਿ ਕਿੱਦਾਂ ਦੇਖਣਾ ਹੈ। ਸੋ ਜੰਗਲਾਂ ਦੇ ਵਿੱਚ ਸਿੱਖਾਂ ਨੇ ਵਾਸ ਕੀਤੇ ਤਾਂ ਉਹ ਸਾਡਾ ਪਿਛੋਕੜ ਦੱਸਦਾ ਹੈ। ਜੀ 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 ਗੁਰਾਇਆ ਸਾਹਿਬ ਬੋਲੋ, ਆਵਾਜ਼ ਆ ਰਹੀ? ਹਾਂਜੀ ਹਾਂਜੀ ਹਾਂਜੀ। ਫਿਰ ਉਸ ਤੋਂ ਬਾਅਦ 18ਵੀਂ ਸਦੀ ਦੀ ਮੈਂ ਗੱਲ ਕਰਾਂ, ਜਦੋਂ ਭਾਈ ਮਨੀ ਸਿੰਘ ਜੀ ਕੌਮ ਦੇ ਮੁੱਖ ਵਜ਼ੀਰ ਸੀ, ਦਰਬਾਰ ਸਾਹਿਬ ਦੇ ਹੱਡ ਗ੍ਰੰਥੀ ਸੀ, ਉਦੋਂ ਦੁਸ਼ਮਣ ਦੀ ਨਜ਼ਰ ਬੜੀ ਮਾੜੀ ਸੀ। ਉਹਨਾਂ ਨੇ ਕਿਹਾ ਕਿ ਟੈਕਸ ਅਸੀਂ ਲੈਣਾ ਹੈ। ਤੇ ਦੀਵਾਲੀ ਨੂੰ ਅਕਸਰ ਸਿੱਖ ਕੌਮ ਦੇ ਵਿੱਚ ਦੋ ਬੜੇ ਵੱਡੇ ਦਿਹਾੜੇ ਮੰਨੇ ਜਾਂਦੇ ਸੀ, ਇੱਕ ਦੀਵਾਲੀ ਨੂੰ ਤੇ ਇੱਕ ਵਿਸਾਖੀ ਨੂੰ, ਜਿਸ ਦੇ ਦੌਰਾਨ ਗੁਰਦੁਆਰਾ ਸਾਹਿਬਾਨ ਦੇ ਵਿੱਚ ਅੰਮ੍ਰਿਤਸਰ ਵਿਖੇ ਇਕੱਠ ਹੁੰਦਾ ਸੀ, ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ। ਕੌਮ ਦੇ ਮਸਲੇ ਬਾਰੇ ਵਿਚਾਰ ਕੀਤੀ ਜਾਂਦੀ ਸੀ, ਕੌਮ ਨੂੰ ਕੀ ਦਰਪੇਸ਼ ਚੁਣੌਤੀਆਂ ਆਈਆਂ ਜਾਂ ਆਉਣ ਵਾਲੇ ਦੇ ਵਿੱਚ ਕੀ ਰਣਨੀਤੀ ਤੈਅ ਕਰਨੀ ਹੈ। ਸਰਬੱਤ ਖਾਲਸਾ ਆਪਣੇ ਤੁਸੀਂ ਫੋਨ ਨੂੰ ਦੁਬਾਰਾ ਠੀਕ ਕਰਨਾ ਆ, ਥੋੜਾ ਫੋਨ ਜਿਹੜਾ ਸਹੀ ਨਹੀਂ ਹੈ ਤੁਹਾਡਾ, ਪਿਕਚਰ ਜਿਹੜੀ ਟੇਢੀ ਆਉਣ ਲੱਗ ਗਈ ਆ, ਦੇਖੋ ਮਾੜਾ ਜਿਹਾ ਚੈੱਕ ਕਰੋ ਇਸ ਨੂੰ ਪਹਿਲਾਂ। ਇੱਕ ਮਿੰਟ ਜੀ। ਹਾਂਜੀ ਠੀਕ ਹੈ ਜੀ, ਹੁਣ ਗੁਰਾਇਆ ਸਾਹਿਬ ਠੀਕ ਹੈ, ਪਿਕਚਰ ਤਸਵੀਰ ਠੀਕ ਹੈ। ਤੇ ਕਿਉਂਕਿ ਟੈਕਨੀਕਲ ਇਸ਼ੂ ਅੱਜ ਲਾਈਵ ਦੇ ਵਿੱਚ ਤੁਹਾਨੂੰ ਪਤਾ ਵੀ ਆਉਂਦੇ ਰਹਿੰਦੇ ਨੇ, ਇਸ ਕਰਕੇ ਟੈਕਨੀਕਲ ਇਸ਼ੂ ਆਇਆ ਜੀ। ਕੀ ਗੱਲ ਕਰ ਰਹੇ ਸੀ ਆਪਾਂ, ਉਹਨੂੰ ਕੰਟੀਨਿਊ ਕਰੀਏ ਜੀ। ਮੈਂ ਗੱਲ ਕਰ ਰਿਹਾ ਸੀ ਜੀ 18ਵੀਂ ਸਦੀ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਗੱਲ। ਉਦੋਂ ਕੌਮ ਦੇ ਵਿੱਚ ਜੋ ਦਿਹਾੜੇ ਮਨਾਏ ਜਾਂਦੇ ਸਰਬੱਤ ਖਾਲਸਾ ਦੇ, ਦੀਵਾਲੀ ਜਾਂ ਵਿਸਾਖੀ ਦੇ ਵਿੱਚ ਸਰਬੱਤ ਖਾਲਸਾ ਦਾ ਇਕੱਠ ਹੁੰਦਾ ਸੀ ਦਰਬਾਰ ਸਾਹਿਬ। ਤੇ ਜਦੋਂ ਉਹਨਾਂ ਨੇ ਕਿਹਾ ਕਿ ਇਸ ਵਾਰ ਦੀਵਾਲੀ ਦਾ ਇਕੱਠ ਹੋਣਾ ਹੈ, ਤਾਂ ਸਮੇਂ ਦੀ ਹਕੂਮਤ ਨੇ ਕਿਹਾ ਅਸੀਂ ਟੈਕਸ ਅਗਰਾਣਾ ਤੁਹਾਡੇ ਕੋਲੋਂ। ਫਿਰ ਉਹਨਾਂ ਨੂੰ ਕਿਤੇ ਪਤਾ ਲੱਗ ਗਿਆ ਕਿ ਜਦੋਂ ਇਸ ਦੀਵਾਲੀ ਦੇ ਇਕੱਠ ਹੋਏਗਾ ਸੰਗਤ ਦਾ, ਤਾਂ ਅਸੀਂ ਉਹਨਾਂ ਦੇ ਉੱਪਰ ਅਟੈਕ ਕਰਕੇ ਉਹਨਾਂ ਦੇ ਉੱਪਰ ਜ਼ੁਲਮ ਤਸ਼ੱਦਦ ਕਰਾਂਗੇ। ਤਾਂ ਇਸ ਗੱਲ ਦੀ ਖਬਰ ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗ ਗਈ। ਉਹਨਾਂ ਨੇ ਹੁਕਮਨਾਮੇ ਜਾਰੀ ਕਰਕੇ ਪੱਤਰਕਾ ਭੇਜ ਕੇ ਸਿੱਖ ਸੰਗਤ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਵਾਰ ਦੀਵਾਲੀ ਦੇ ਉੱਪਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ ਆਉਣਾ। ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਟੈਕਸ ਦਿਓ, ਉਹ ਕਹਿੰਦੇ ਨਹੀਂ, ਸੰਗਤ ਇਸ ਆਈ ਨਹੀਂ। ਫਿਰ ਕਿਤੇ ਨਾ ਕਿਤੇ ਜਿਹੜਾ ਨੈਟਵਰਕ ਇਸ਼ੂ ਕੰਟੀਨਿਊ ਚੱਲ ਰਿਹਾ ਹੈ, ਕਿਉਂਕਿ ਅੱਜ ਦਾ ਜਿਹੜਾ ਦਿਨ ਹੈ ਤੇ ਸਾਰੇ ਲੋਕ ਇੱਕ ਦੂਜੇ ਨੂੰ ਮੈਸੇਜ ਭੇਜ ਰਹੇ ਆ, ਉਸ ਕਰਕੇ ਜਿਹੜਾ ਨੈਟਵਰਕ ਦਾ ਇਸ਼ੂ ਮੈਨੂੰ ਲੱਗਦਾ ਨਜ਼ਰ ਆ ਰਿਹਾ। ਇਸ ਕਰਕੇ ਹੀ ਜਿਹੜੀ ਦੁਬਾਰਾ ਕਾਲ ਡਿਸਕਨੈਕਟ ਹੋ ਰਹੀ ਹੈ। ਆਪਾਂ ਕੋਸ਼ਿਸ਼ ਕਰਦੇ ਹਾਂ ਦੁਬਾਰਾ ਗੁਰਾਇਆ ਸਾਹਿਬ ਹੋਣਾ ਨੂੰ ਜਿਹੜਾ ਟੱਚ ਚ ਲਿਆਉਂਦੇ ਆ, ਪਰ ਇੱਕ ਵਾਰੀ ਜਿਹੜੀਆਂ ਸੰਗਤਾਂ ਜੁੜੀਆਂ ਹੋਈਆਂ ਨੂੰ ਦੱਸ ਦਈਏ ਕਿ ਅੱਜ ਦਾ ਜਿਹੜਾ ਦਿਹਾੜਾ ਆ ਉਹ ਵਿਸਾਖੀ ਦਾ ਦਿਹਾੜਾ। ਵਿਸਾਖੀ ਦੇ ਦਿਹਾੜੇ ਅਸੀਂ ਜਿਹੜਾ ਮਨਾ ਰਹੇ, ਇਸ ਦਿਹਾੜੇ ਨੂੰ ਬੜੇ ਧੂਮਧਾਮ ਨਾਲ ਮਨਾ ਰਹੇ ਜੀ। ਗੁਰਾਇਆ ਸਾਹਿਬ ਆਵਾਜ਼ ਤੁਹਾਡੀ ਬਾਈ ਨੈਟਵਰਕ ਕੱਟ ਰਿਹਾ, ਮੈਨੂੰ ਲੱਗਦਾ ਕਿਤੇ ਕੋਈ ਟੈਕਨੀਕਲ ਇਸ਼ੂ ਹੈਗਾ, ਤੇ ਆਪਣੀ ਗੱਲ ਕੰਪਲੀਟ ਕਰ ਰਹੇ ਤੁਸੀਂ ਜੀ। ਹਾਂਜੀ ਹਾਂ, ਮੈਂ ਉਹੀ ਗੱਲ ਕਰ ਰਿਹਾ ਸੀ ਕਿ ਉਦੋਂ ਵੀ ਭਾਈ ਮਨੀ ਸਿੰਘ ਹੋਰਾਂ ਸਮੇਂ ਵੀ ਏਦਾਂ ਦੇ ਮੌਕੇ ਉਹ ਗੱਲ ਲੱਗ ਗਿਆ ਕਿ ਭਾਵੇਂ ਉਦੋਂ ਹਕੂਮਤਾਂ ਵੱਲੋਂ ਪੈਦਾ ਕੀਤੇ ਹੋਏ ਏਦਾਂ ਦੇ ਹਾਲਾਤ ਸੀ, ਪਰ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਜੇ ਹਾਲਾਤ ਏਦਾਂ ਦੇ ਨੇ, ਤੁਸੀਂ ਦਰਬਾਰ ਸਾਹਿਬ ਮੱਥਾ ਟੇਕਣ ਦੀਵਾਲੀ ਤੇ ਨਹੀਂ ਆਉਣਾ। ਅੱਜ ਜੇ ਸਾਡੇ ਕੋਲ ਹਾਲਾਤ ਏਦਾਂ ਦੇ ਨੇ ਕਿ ਸਾਨੂੰ ਸੰਕਟ ਆਇਆ, ਇੱਕ ਏਦਾਂ ਦੀ ਬਿਮਾਰੀ ਜੋ ਮਹਾਮਾਰੀ ਦੇ ਰੂਪ ਵਿੱਚ ਫੈਲੀ ਹੋਈ ਹੈ, ਤੇ ਅਸੀਂ ਅੱਜ ਦੇਖ ਰਹੇ ਹਾਂ ਕਿ ਉਹ ਛੂਤ ਦੀ ਬਿਮਾਰੀ ਹੈ। ਅਸੀਂ ਸੋਸ਼ਲ ਡਿਸਟੈਂਸ ਰੱਖਣਾ ਹੈ, ਕਿ ਦੂਰੀ ਬਣਾ ਕੇ ਰੱਖਣੀ ਹੈ, ਕਿਉਂਕਿ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਗਤ ਆਉਂਦੀ ਹੈ ਤਾਂ ਆਪਸ ਇੱਕ ਦੂਜੇ ਨੂੰ ਮਿਲਦੇ ਨੇ, ਤਾਂ ਇਹ ਜ਼ਰੂਰੀ ਹੋ ਜਾਂਦਾ। ਭਾਵੇਂ ਜਥੇਦਾਰ ਸਾਹਿਬ ਨੇ ਹੁਕਮ ਜਾਰੀ ਕੀਤਾ, ਉਦੋਂ ਵੀ ਭਾਈ ਮਨੀ ਸਿੰਘ ਜੀ ਕੌਮ ਦੇ ਮੁੱਖ ਵਜ਼ੀਰ ਸੀ ਦਰਬਾਰ ਸਾਹਿਬ ਦੇ, ਤਾਂ ਇਹ ਸਮੇਂ-ਸਮੇਂ ਤੇ ਕਈ ਏਦਾਂ ਦੀਆਂ, ਜੇ ਆਪਾਂ ਪਿਛੋਕੜ ਹਾਲਾਤ ਤੇ ਝਾਤ ਮਾਰੀਏ ਤਾਂ ਸਮੇਂ-ਸਮੇਂ ਏਦਾਂ ਦੇ ਹੁਕਮਨਾਮੇ ਜਾਂ ਏਦਾਂ ਦੇ ਨਾ ਕਵਾਂ, ਏਦਾਂ ਦੇ ਜ਼ਰੂਰ ਗੱਲਾਂ ਹੁੰਦੀਆਂ ਰਹਿੰਦੀਆਂ ਕਿ ਕੌਮ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਕੁਝ ਏਦਾਂ ਦੀ ਗੱਲ ਹੈ ਤੇ ਇਹਤਿਆਤ ਵਰਤੋ, ਘਰਾਂ ਵਿੱਚ ਰਹੋ, ਕਿਉਂਕਿ ਘਰਾਂ ਵਿੱਚ ਰਹਿ ਕੇ ਵੀ ਅਸੀਂ ਬਾਣੀ ਪੜ੍ਹ ਸਕਦੇ ਹਾਂ, ਕੀਰਤਨ ਕਰ ਸਕਦੇ ਹਾਂ। ਅੱਛਾ, ਦੂਸਰੀ ਗੱਲ, ਸਿੱਖ ਦੀ ਸੁਰਤ ਗੁਰੂ ਸਾਹਿਬ ਨਾਲ ਜੁੜੀ ਹੋਣੀ ਚਾਹੀਦੀ ਹੈ। ਸਰੀਰ ਭਾਵੇਂ ਕਈ ਵਾਰੀ ਜਾ ਹੋਵੇ ਨਾ ਜਾ ਹੋਵੇ, ਕਈ ਵਾਰੀ ਅਸੀਂ ਬਿਮਾਰ ਆ ਜਾਂ ਕੁਝ ਹੋਰ ਵੀ ਗੱਲ ਕਾਰਨ ਹੋ ਸਕਦੇ ਨੇ, ਨਾ ਟਾਲਣ ਜੋ ਕਾਰਨ ਸਰੀਰਕ ਤੌਰ ਤੇ ਨਾ ਪਹੁੰਚ ਸਕੀਏ, ਤਾਂ ਸੁਰਤ ਸਾਡੀ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਆਉਣੀ ਚਾਹੀਦੀ ਹੈ। ਉਹ ਅਸੀਂ ਭਾਵੇਂ ਘਰ ਹੋਈਏ, ਭਾਵੇਂ ਅਸੀਂ ਵਿਦੇਸ਼ ਵਿੱਚ ਹੋਈਏ, ਭਾਵੇਂ ਜਹਾਜ਼ ਵਿੱਚ ਸਫ਼ਰ ਕਰ ਰਹੀ ਹੋਈਏ ਜਾਂ ਕਾਰ ਵਿੱਚ ਹੋਈਏ। ਸੋ ਤਾਂ ਕਰਕੇ ਇਹਤਿਆਤ ਵਰਤਣ ਦੀ ਬਹੁਤ ਲੋੜ ਹੈ। ਸਮੇਂ ਦੀ ਜੋ ਮੰਗ ਵੀ ਇਹੀ ਹੈ, ਤਾਂ ਸਰਕਾਰ ਵੱਲੋਂ ਵੀ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਹ ਉਹਨਾਂ ਨੇ ਬੇਨਤੀ ਕੀਤੀ ਹੈ ਸਾਰੀ ਸਿੱਖ ਕੌਮ ਨੂੰ। ਸੋ ਮੇਰੇ ਖਿਆਲ ਮੁਤਾਬਕ ਇਹਦੇ ਵਿੱਚ ਕੋਈ ਏਡੀ ਗੱਲ ਨਹੀਂ, ਸੰਗਤ ਨੂੰ ਸਮਝਣਾ ਚਾਹੀਦਾ, ਘਰਾਂ ਵਿੱਚ ਬੈਠਣਾ ਚਾਹੀਦਾ। ਅੱਛਾ, ਆਪਾਂ ਬਾਰੀ ਗੱਲ ਕਰ ਲੈਂਦੇ ਹਾਂ ਦੋਹਾਂ ਦੀ। ਪਹਿਲਾਂ ਜਥੇਦਾਰ ਸਾਹਿਬ ਦੀ ਗੱਲ ਕਰ ਲੈਂਦੇ ਹਾਂ, ਉਹਨਾਂ ਦੀ ਕਾਲ ਦਾ ਕਿੰਨਾ ਅਸਰ ਤੁਹਾਨੂੰ ਲੱਗਦਾ ਵੀ ਹੋਇਆ ਹੈ, ਫਿਰ ਪ੍ਰਸ਼ਾਸਨ ਦੀ ਵੀ ਬਾਅਦ ਚੋਂ ਗੱਲ ਕਰਾਂਗੇ।
ਜੀ ਦੇਖੋ, ਜਥੇਦਾਰ ਸਾਹਿਬ ਨੇ ਕੌਮ ਨੂੰ ਬੇਨਤੀ ਕੀਤੀ ਸੀ ਕਿ ਇਸ ਬਿਮਾਰੀ ਦੇ ਚੱਲਦਿਆਂ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਾਂ ਖਾਲਸਾ ਸਾਜਨਾ ਦਿਵਸ ਮਨਾਈਏ, ਭਾਵੇਂ ਉਹ ਘਰਾਂ ਦੇ ਵਿੱਚ ਤੁਸੀਂ ਕੇਸਰੀ ਪਰਚਮ ਚਲਾ ਕੇ, ਭਾਵੇਂ ਬਾਣੀ ਪੜ੍ਹ ਕੇ ਜਾਂ ਕੀਰਤਨ ਕਰਕੇ ਗੁਰੂ ਸਾਹਿਬ ਨਾਲ ਜੁੜਨਾ ਹੈ। ਤੇ ਉਸ ਗੱਲ ਦਾ ਕਾਫੀ ਅਸਰ ਹੋਇਆ ਹੈ। ਕਾਫੀ ਤਕਰੀਬਨ ਪਿੰਡਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਨੇ, ਉੱਥੇ ਵੀ ਸੰਗਤ, ਜਾਂ ਫਤਿਹਗੜ੍ਹ ਸਾਹਿਬ, ਇੱਥੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਹੈ, ਜਿੱਥੇ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤ ਗੁਜਰ ਕੌਰ ਜੀ ਨੇ ਸ਼ਹੀਦੀ ਦਿੱਤੀ ਸੀ। ਬਹੁਤ ਸਾਰੀ ਸੰਗਤ, ਮੈਂ ਸਵੇਰੇ ਜਾ ਕੇ ਆਇਆ ਤਾਂ ਉੱਥੇ ਸੰਗਤ ਜਾ ਰਹੀ ਸੀ, ਪਰ ਦਸਵੀਂ ਡਿਊਟੀ ਤੋਂ ਨਤਮਸਤਕ ਹੋ ਕੇ ਹੀ ਉੱਥੋਂ ਹੀ ਵਾਪਸ ਆ ਰਹੇ ਸੀ। ਸੰਗਤ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਸੀ, ਤਾਂ ਉੱਥੇ ਪ੍ਰਸ਼ਾਸਨ ਵੱਲੋਂ ਵੀ, ਪੁਲਿਸ, ਉੱਥੇ ਉਹਨਾਂ ਦੇ ਕੁਝ ਕਰਮਚਾਰੀ ਉੱਥੇ ਲਾਏ ਗਏ ਸੀ, ਤਾਂ ਉਹ ਬੜੇ ਪੋਲਾਈਟਲੀ ਬੇਨਤੀ ਕਰਦੇ ਸੀ, ਤਾਂ ਉਹ ਹਰੇਕ ਨੂੰ ਸਮਝਾ ਰਹੇ ਸੀ ਕਿ ਤੁਹਾਡੇ ਭਲੇ ਵਾਸਤੇ ਹੀ ਹੈ, ਤੁਹਾਡੇ ਵਾਸਤੇ ਹੀ ਕਰਨ ਲੱਗੇ ਹੋਏ ਆ। ਭਾਵੇਂ ਵਿਸਾਖੀ ਦਾ ਦਿਹਾੜਾ ਹੈ, ਸਾਡੀ ਵੀ ਸ਼ਰਧਾ ਹੈ, ਤੁਹਾਡੀ ਸ਼ਰਧਾ ਨੂੰ ਸਤਿਕਾਰ ਹੈ, ਸਾਡਾ ਸਿਜਦਾ ਹੈ ਸ਼ਰਧਾ ਨੂੰ, ਪਰ ਤੁਸੀਂ ਬਾਹਰੋਂ ਦਰਸ਼ਨ ਡਿਊਟੀ ਤੋਂ ਮੱਥਾ ਟੇਕ ਕੇ ਵਾਪਸ ਚਲ ਜਾਓ, ਘਰ ਜਾ ਕੇ ਪਾਠ ਕਰ ਲਓ। ਜੇਕਰ ਗੁਰਦੁਆਰਾ ਸਾਹਿਬ ਜਾਓਗੇ ਤਾਂ ਉੱਥੇ ਸੰਗਤ ਜ਼ਿਆਦਾ ਇਕੱਠੀ ਹੋਏਗੀ। ਜੇ ਇੱਕ ਦਿਨ ਨੂੰ ਭੇਜਤਾ ਤਾਂ ਕਈ ਵਾਰੀ ਐ ਹੁੰਦਾ ਵੀ ਉਸ ਨੂੰ ਭੇਜਤਾ ਤਾਂ ਮੈਂ ਕਿਉਂ ਰਹਿ ਗਿਆ। ਐਦਾਂ ਗੱਲ ਕਰਕੇ ਇਕੱਠ ਨਹੀਂ ਹੋਣਾ ਚਾਹੀਦਾ। ਭਾਵੇਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਹੈ ਜਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ, ਵੱਖ-ਵੱਖ ਗੁਰਦੁਆਰੇ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਨੇ। ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਵੀ ਜਿਹੜੇ ਪਿੰਡ ਦੇ ਸਿਆਣੇ ਸੂਝਵਾਨ ਸਰਪੰਚ ਨੇ, ਉਹਨਾਂ ਦੀ ਪੰਚਾਇਤ ਹੈ, ਉਹਨਾਂ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੋਂ ਦੇ ਮੁੱਖ ਵਜ਼ੀਰ ਜੋ ਗ੍ਰੰਥੀ ਸਾਹਿਬ ਨੇ, ਉਹਨਾਂ ਨੂੰ ਕਹਿ ਕੇ ਵੀ ਅਨਾਉਂਸਮੈਂਟ ਕਰਵਾਈਆਂ ਕਿ ਸੰਗਤ ਅੱਜ ਗੁਰਦੁਆਰਾ ਸਾਹਿਬ ਨਾ ਇਕੱਠੀ ਹੋ ਕੇ ਆਵੇ, ਬੇਸ਼ੱਕ ਤੁਸੀਂ ਬਾਹਰੋਂ ਦਰਸ਼ਨ ਡਿਊਟੀ ਤੋਂ ਮੱਥਾ ਟੇਕ ਕੇ ਚਲੇ ਜਾਓ। ਤੇ ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਆਪ ਤੋਂ ਉੱਤੇ ਬੈਰੀਕੇਡਿੰਗ ਕੀਤੀ ਹੋਈ ਹੈ ਕਿ ਪਿੰਡਾਂ 'ਚ ਨਾ ਕੋਈ ਬਾਹਰਲਾ ਆ ਸਕਦਾ ਤੇ ਨਾ ਹੀ ਪਿੰਡ ਵਾਲੇ ਬਾਹਰ ਜਾ ਸਕਦੇ ਨੇ। ਸੰਗਤ ਸਿਆਣੀ ਹੈ, ਬੜੀ ਸਮਝਦਾਰ ਹੈ, ਖਾਸ ਕਰਕੇ ਪੰਜਾਬ ਦੀ ਸੰਗਤ ਬਹੁਤ ਹੀ ਸੁਲਝੀ ਹੋਈ ਹੈ ਇੰਨੀ ਗੱਲ 'ਚ। ਕੁਝ ਕੁ ਹੁੰਦੇ ਨੇ ਜਿਹੜੇ ਨਹੀਂ ਗੱਲ ਮੰਨਦੇ, ਤੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਵੀ ਸਮੱਤ ਬੁੱਧੀ ਬਖਸ਼ੇ ਕਿ ਉਹ ਗੱਲ ਇਹ ਸਮਝਣ, ਘਰਾਂ ਵਿੱਚ ਰਹਿਣ, ਤਾਂ ਕਿ ਸਾਰੇ ਰਲ ਕੇ ਆਪਾਂ ਇਸ ਜੋ ਬਿਮਾਰੀ ਹੈ ਇਸ ਦੇ ਉੱਪਰ ਕਾਬੂ ਕਰ ਸਕੀਏ, ਇਸ ਦੇ ਉੱਪਰ ਆਪਾਂ ਜਿੱਤ ਪ੍ਰਾਪਤ ਕਰ ਸਕੀਏ। ਜੀ ਅੱਛਾ, ਜਿਹੜਾ ਇਸ ਸਮੇਂ ਘਰਾਂ 'ਚ ਲੋਕ ਬੈਠੇ ਵੀ ਨੇ, ਤੇ ਉਹਨਾਂ ਨੂੰ ਕੀ ਕਹਿੰਦੇ ਹੋ ਵੀ ਕਿਸ ਤਰੀਕੇ ਨਾਲ ਉਹ ਜਿਹੜਾ ਇਸ ਤਿਉਹਾਰ ਨੂੰ ਮਨਾਉਣ, ਕਿਉਂਕਿ ਬਹੁਤ ਸਾਰੀ ਥਾਵੀਂ ਜਿਹੜਾ ਕਸ਼ਟ ਵੀ ਹੈ। ਹਾਲਾਂਕਿ ਜਥੇਦਾਰ ਸਾਹਿਬ ਨੇ ਵੀ ਕਿਹਾ ਸੀ ਕਿ ਅਰਦਾਸ ਜਦ ਕਰਨੀ ਆ ਸਰਬੱਤ ਦੇ ਭਲੇ ਲਈ ਕਰਨੀ ਹੈ, ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹੀ ਕਿਹਾ ਸੀ ਅਰਦਾਸ ਜਦ ਕਰਨੀ ਆ ਸਰਬੱਤ ਦੇ ਭਲੇ ਲਈ ਕਰਨੀ ਆ। ਤੇ ਕਿਸ ਤਰ੍ਹਾਂ ਲੋਕ ਜਿਹੜਾ ਇਸ ਅੱਜ ਤਿਉਹਾਰ ਨੂੰ ਮਨਾਉਣ ਆਪਣੇ ਘਰਾਂ ਦੇ ਵਿੱਚ? ਜੀ ਦੇਖੋ, ਗੱਲ ਜਿੱਥੇ ਸਰਬੱਤ ਦੇ ਭਲੇ ਦੀ ਹੈ, ਮੈਂ ਤਾਂ ਇੱਕ ਗੱਲ ਕਹਾਂਗਾ ਕਿ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠਾ ਹੈ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਕਮਾਲ ਦੀ ਇੱਕ ਫਿਲਾਸਫੀ ਦਿੱਤੀ, ਆਈਡੀਓਲੋਜੀ ਜਿਹੜੀ ਕਮਾਲ ਦੀ ਦੇ ਦਿੱਤੀ, ਸਾਡੇ ਪੁਰਖਿਆਂ ਨੇ ਜਿਹੜੀ ਅਰਦਾਸ ਬਣਾਈ ਹੈ। ਤੇ ਅੱਜ ਜੇ ਕਿਤੇ ਹਰ ਪਿੰਡ, ਹਰ ਮੁਹੱਲੇ ਦੇ ਵਿੱਚ ਭਾਵੇਂ ਕੋਈ ਸਵੇਰੇ ਨਿਤਨੇਮ ਕਰਦਾ ਹੈ, ਸ਼ਾਮ ਨੂੰ ਸੋਧਰ ਦਾ ਪਾਠ ਹੁੰਦਾ ਹੈ, ਜਾਂ ਖੁਸ਼ੀ ਦੇ ਅਖੰਡ ਪਾਠ ਜਾਂ ਸਹਿਜ ਪਾਠ ਦੇ ਭੋਗ ਪਾਏ ਜਾਂਦੇ ਨੇ, ਗਮੀ ਦੇ ਪਾਏ ਜਾਂਦੇ ਨੇ, ਤਾਂ ਅੱਜ ਮੇਰਾ ਖਿਆਲ ਇੱਕ ਦਿਨ ਦੇ ਵਿੱਚ ਬਿਨਾਂ ਕਿਸੇ, ਜੇ ਆਪਾਂ ਕਹੀਏ ਕੋਈ ਖਾਸ ਦਿਹਾੜੇ ਨੂੰ, ਕੋਈ ਖਾਸ ਜਿਹੜਾ ਦਿਹਾੜਾ ਮਹੱਤਤਾ ਰੱਖਦਾ, ਉਹਨੂੰ ਛੱਡ ਕੇ ਵੀ ਜੇ ਹੁੰਦੀ ਗੱਲ ਤਾਂ ਅਖੀਰ ਦੇ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿਸੇ ਇਹ ਨਹੀਂ ਕਿ ਕੇਵਲ ਸਿੱਖਾਂ ਦਾ ਭਲਾ ਜਾਂ ਖਾਲਸੇ ਦਾ ਭਲਾ ਜਾਂ ਕੁਛ ਇੱਕ ਮੇਰੇ ਪਿੰਡ ਦਾ ਭਲਾ ਜਾਂ ਇਲਾਕੇ ਦਾ ਭਲਾ, ਸਰਬੱਤ ਦਾ ਭਲਾ। ਸਰਬੱਤ ਦੇ ਭਲੇ ਦੇ ਵਿੱਚ ਉਹ ਤੁਹਾਡਾ ਦੇਸ਼, ਤੁਹਾਡੀ ਦੁਨੀਆ, ਵੱਖ-ਵੱਖ ਅਲੱਗ-ਅਲੱਗ ਕੰਟਰੀਆਂ, ਅਲੱਗ-ਅਲੱਗ ਧਰਮ, ਜ਼ਾਤ, ਮਜ਼ਹਬ, ਸਰਬੱਤ ਦੇ ਵਿੱਚ ਭਾਵੇਂ ਉਹ ਪਸ਼ੂ ਪੰਛੀ ਸਾਰੇ ਆ ਜਾਂਦੇ ਨੇ। ਤੇ ਮੇਰਾ ਖਿਆਲ ਹੈ ਕਿ ਲੱਖਾਂ ਵਾਲੀ ਦਿਹਾੜੀ ਦੇ ਵਿੱਚ ਅਰਦਾਸ ਹੁੰਦੀ ਹੈ। ਤੇ ਅੱਜ ਖਾਸ ਦਿਹਾੜਾ ਹੈ ਕਿਉਂਕਿ ਅੱਜ ਦੇ ਦਿਨ ਖਾਲਸੇ ਦੀ ਸਿਰਜਣਾ ਹੋਈ ਸੀ, ਤੇ ਖਾਲਸਾ ਪਿਓਰ ਮਤਲਬ ਸ਼ੁੱਧ, ਤੇ ਜੋ ਖਾਲਸੇ ਦੇ ਗੁਣ ਗੁਰੂ ਸਾਹਿਬ ਨੇ ਸਾਨੂੰ ਦਿੱਤੇ ਸੀ, ਉਹਦੇ ਵਿੱਚ ਇੱਕੋ ਹੀ ਗੱਲ ਕਹੀ ਸੀ ਕਿ ਤੁਸੀਂ ਸਰਬੱਤ ਦਾ ਭਲਾ ਮੰਗਣਾ ਹੈ। ਜਿੱਥੇ ਅੱਜ ਰਵੀ ਸਿੰਘ ਖਾਲਸਾ ਏਡ ਵਰਗੇ, ਖਾਲਸਾ ਏਡ ਇੰਟਰਨੈਸ਼ਨਲ, ਜੋ ਪੂਰੀ ਸਰਬੱਤ ਦੇ ਭਲੇ ਦੇ ਲਈ ਇੱਕ ਮਨ ਇੱਕ ਚਿੱਤ ਹੋ ਕੇ ਜੋ ਸੇਵਾ ਲੱਗੇ ਹੋਏ ਨੇ ਕਰਨ, ਹੋਰ ਬਹੁਤ ਸਾਰੀਆਂ ਐਨਜੀਓ ਲੱਗੀਆਂ ਹੋਈਆਂ, ਤੇ ਅਰਦਾਸ ਵੀ ਕਰਨੀ ਹੈ ਹਰੇਕ ਨੇ, ਪੂਰੇ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ। ਸਾਰੇ ਆਪਣੇ ਘਰਾਂ 'ਚ ਬੈਠ ਕੇ, ਜਿੱਥੇ ਜਿੱਥੇ ਵੀ ਕੋਈ ਪ੍ਰਾਣੀ ਬੈਠਾ ਹੈ, ਤੁਸੀਂ ਅਰਦਾਸ ਕਰੋ। ਤੇ ਬਾਕੀ ਅਰਦਾਸ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਤਾਂ ਹਮੇਸ਼ਾ ਹੀ ਸਿੱਖ ਮੰਗਦਾ ਹੈ, ਤੇ ਮੰਗਦਾ ਰਹੇਗਾ ਜਿੰਨੀ ਦੇਰ ਜਾਨ ਹੈ। ਬਿਲਕੁਲ ਜੀ, ਆਪਾਂ ਖਾਲਸਾ ਸਿਰਜਣ ਦਿਵਸ ਦੀ ਗੱਲ ਕਰ ਰਹੇ ਹਾਂ ਤਾਂ ਧਾਰਮਿਕ ਪੱਖ ਇਸ ਦਾ ਦੇਖ ਰਿਹਾ, ਦੂਜਾ ਪੱਖ ਵੀ ਤੇ ਵਿਚਾਰਨਾ ਜ਼ਰੂਰੀ ਹੈ। ਵਿਸਾਖੀ ਦੀ ਜੇ ਗੱਲ ਕਰੀਏ, ਵਿਸਾਖੀ ਦਾ ਤਿਉਹਾਰ ਕਣਕ ਦੀ ਵਾਢੀ ਦਾ ਤਿਉਹਾਰ ਹੁੰਦਾ। ਕਣਕ ਵੱਢੀ ਜਾਂਦੀ ਹੈ, ਕਈ ਮੰਡੀਆਂ 'ਚ ਪਹੁੰਚਾਉਂਦੇ ਹੁੰਦੇ ਆ, ਕਈ ਇਸ ਸਮੇਂ ਵਾਢੀ ਕਰ ਰਹੇ ਆ, ਪਰ ਹੁਣ ਉਹ ਵੀ ਸਾਰਾ ਕੁਝ ਜਿਹੜਾ ਥੋੜਾ ਜਿਹਾ ਇਸ ਜਿਹੜਾ ਕਰੋਨਾ ਦੀ ਕਹਿਰ ਦੇ ਵਿੱਚ ਗੁਜ਼ਰ ਰਿਹਾ ਆ, ਪਰ ਫਿਰ ਵੀ ਸਰਕਾਰ ਨੇ ਕਈ ਇਤਿਹਾਦ ਵਰਤੇ ਨੇ, ਕਈ ਆਰਡਰ ਦਿੱਤੇ ਨੇ, ਉਹ ਸਭ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਜੀ ਦੇਖੋ, ਮੈਂ ਕਹਾਂ ਤਾਂ ਤਕਰੀਬਨ ਜੋ ਇਸ ਟਾਈਮ ਪੰਜਾਬ ਦੀ ਸਰਕਾਰ ਹੈ ਬਹੁਤ ਵਧੀਆ ਕਰ ਰਹੀ ਹੈ। ਜੋ ਪਿਛਲੀਆਂ ਆਪਾਂ ਗੱਲਾਂ ਨਾ ਕਰੀਏ ਤਾਂ ਇਸ ਸਮੇਂ ਕਰੋਨਾ ਦੇ ਵਿੱਚ ਜਿੰਨੀ ਸੁਹਿਰਦ ਹੋ ਕੇ, ਜਿੰਨੀ ਵਧੀਆ ਸੋਚ ਨਾਲ ਲੱਗੇ ਹੋਏ ਨੇ,
ਤਾਂ ਬੜੀ ਐਪਰੀਸ਼ੀਏਟ ਕਰਨਾ ਚਾਹੀਦਾ, ਭਾਵੇਂ ਸਰਕਾਰ ਦੇ ਮੰਤਰੀ ਨੇ, ਮੁੱਖ ਮੰਤਰੀ ਸਾਹਿਬ ਨੇ, ਭਾਵੇਂ ਪੁਲਿਸ ਪ੍ਰਸ਼ਾਸਨ ਹੈ, ਤੇ ਭਾਵੇਂ ਅਲੱਗ-ਅਲੱਗ ਐਮਐਲਏਜ਼ ਨੇ ਜਾਂ ਅਫੀਸਰ ਨੇ, ਭਾਵੇਂ ਉਹ ਉੱਪਰ ਡਿਪਟੀ ਕਮਿਸ਼ਨਰ, ਐਸਐਸਪੀ ਜਾਂ ਸਾਰੇ ਥੱਲੇ ਤੋਂ ਲੈ ਕੇ ਭਾਵੇਂ ਉਹ ਡਾਕਟਰਸ ਨੇ, ਸਾਰਿਆਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਤੇ ਉਹਨਾਂ ਨੇ, ਕਿਉਂਕਿ ਪੰਜਾਬ ਦੇ ਵਿੱਚ ਜੋ ਵਾਢੀ ਦਾ ਸੀਜ਼ਨ ਹੈ ਬੜਾ ਮਹੱਤਤਾ ਰੱਖਦਾ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਦੀ ਇਕਨੋਮੀ, ਪੰਜਾਬ ਦਾ ਸਾਰਾ ਦਾਰੋਮਦਾਰ ਖੇਤੀ ਦੇ ਉੱਪਰ ਟਿਕਿਆ ਹੋਇਆ ਹੈ। ਜੇਕਰ, ਕਿਉਂਕਿ 6 ਮਹੀਨਿਆਂ ਦੀ ਪੁੱਤਾਂ ਵਾਂਗੂ ਪਾਲੀ ਹੁੰਦੀ ਹੈ ਫਸਲ, ਜਦੋਂ ਪੱਕੀ ਹੋਈ ਫਸਲ ਦੇ ਉੱਪਰ ਗੜੇ ਪੈ ਜਾਂਦੇ ਨੇ ਨਾ, ਜਦੋਂ ਏਦਾਂ ਹਾਲਾਤ ਬਣ ਜਾਂਦੇ, ਹਨੇਰੀ ਝੱਖੜ, ਭਾਵੇਂ ਉਹ ਵੀ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਹੈ, ਤਾਂ ਜ਼ਿਮੀਂਦਾਰ ਜਾਂ ਕਿਸਾਨ ਦੇ ਦਿਲ ਦੀਆਂ ਬੰਦਾ, ਮਤਲਬ ਸੋਚੋ ਇੱਕ ਟੀਸ ਉੱਠਦੀ ਹੈ, ਕਹਿ ਦਈਏ ਕਿ ਇੱਕ ਮਰਨਾ ਹੀ ਹੋ ਜਾਂਦਾ ਹੈ ਬਿਲਕੁਲ। ਕਿਉਂਕਿ ਜਦੋਂ ਝੱਖੜ ਬਾਹਰ ਝੁਲਦਾ ਤਾਂ ਅੰਦਰ ਬੈਠਾ ਵਿਚਾਰਾ ਝੁਰਦਾ ਹੁੰਦਾ, ਕਿਉਂਕਿ ਇਸ ਤਰੀਕੇ ਨਾਲ ਸਾਰੇ 6 ਮਹੀਨੇ ਦੀ ਉਹਦੀ ਮਿਹਨਤ ਹੁੰਦੀ ਹੈ, ਇੰਨਾ ਖਰਚਾ ਆਇਆ ਹੁੰਦਾ ਹੈ। ਤੇ ਸਾਰੀ ਇਕਨੋਮੀ ਪੰਜਾਬ ਦੀ ਤਾਂ ਹੈ ਹੀ ਦਾਰੋਮਦਾਰ ਇਸ ਖੇਤੀ ਪ੍ਰਧਾਨ ਸੂਬਾ, ਖੇਤੀ ਦੇ ਉੱਪਰ ਹੈ। ਜਦੋਂ 6 ਮਹੀਨੇ ਦੀ ਕਮਾਈ ਹੋਈ ਤੁਹਾਡੀ ਫਸਲ ਵੱਢ ਕੇ ਤੁਹਾਡੇ ਘਰ ਆ ਜਾਂਦੀ ਹੈ, ਫਿਰ ਇੱਥੋਂ ਮੰਡੀ 'ਚ ਚਲੇ ਜਾਂਦੀ ਹੈ, ਮੰਡੀ ਦੇ ਵਿੱਚ ਤੁਸੀਂ ਜਦੋਂ ਬੋੜ ਲੱਗ ਜਾਂਦਾ, ਵਿਕ ਜਾਂਦਾ, ਤਾਂ ਤੁਹਾਨੂੰ ਜ਼ਿਮੀਂਦਾਰ ਨੂੰ ਫਸਲ ਦੇ ਪੈਸੇ ਮਿਲ ਜਾਂਦੇ ਨੇ, ਤਾਂ ਸੱਚ ਜਾਣਿਓ ਉਹਦੀ ਖੁਸ਼ੀ ਉਹੀ ਜਾਣਦਾ। ਤੇ ਉਹ ਖੁਸ਼ੀ ਕਿਸੇ ਲਫ਼ਜ਼ਾਂ 'ਚ ਬਿਆਨ ਕਰਨ ਦੀ ਮੁਹਤਾਜ ਨਹੀਂ ਹੈ, ਉਹ ਬਿਆਨ ਕੀਤੀ ਉਹ ਨਹੀਂ ਜਾ ਸਕਦੀ। ਕਿਉਂਕਿ ਕਿਸੇ ਨੇ ਸੋਚਣਾ ਹੁੰਦਾ ਅੱਗੇ ਧੀ ਵਿਆਹਣੀ ਹੈ, ਕਿਸੇ ਨੇ ਪੁੱਤਰ ਦਾ ਵਿਆਹ ਕਰਨਾ, ਕਿਸੇ ਨੇ ਉੱਥੋਂ ਆਪਣੇ 4 ਖਣ ਪਾਣੇ ਨੇ, ਕਿਸੇ ਨੇ ਕੁਛ ਜ਼ਿੰਦਗੀ ਦੀਆਂ ਸਧਰਾਂ ਪੂਰੀਆਂ ਕਰਨੀਆਂ ਹੁੰਦੀਆਂ, ਉਹ ਸਾਰਾ ਦਾਰੋਮਦਾਰ ਉੱਥੋਂ ਚੱਲਦਾ। ਤੇ ਜੋ ਕਿਸਾਨ ਹੈ, ਇਹ ਖਾਸ ਕਰਕੇ ਮੈਂ ਕਹਿੰਦਾ ਪੰਜਾਬ ਦਾ ਨਹੀਂ, ਦੇਸ਼ ਦੀ ਰੀੜ੍ਹ ਦੀ ਹੱਡੀ ਹੈ। ਹਰ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ, ਭਾਵੇਂ ਉਹ ਸੈਂਟਰ ਦੀ ਸਰਕਾਰ ਹੈ ਤੇ ਭਾਵੇਂ ਉਹ ਸੂਬੇ ਦੀ ਸਰਕਾਰ ਹੈ, ਕਿਉਂਕਿ ਉਸ ਦਾ ਜਦੋਂ ਆਪਾਂ ਭਾਅ ਤੈਅ ਕਰਨ ਲੱਗਦੇ ਹਾਂ, ਉਸ ਦੇ ਵਿੱਚ ਬੜੀ ਮਿਹਨਤ ਲੱਗੀ ਹੁੰਦੀ ਹੈ। ਤੇ ਉਹ ਭਾਅ ਬਿਲਕੁਲ ਵਾਜਬ ਭਾਅ ਮਿਲਣਾ ਚਾਹੀਦਾ, ਜਿਸ ਨਾਲ ਉਸਦਾ ਚੰਗਾ ਵਧੀਆ ਗੁਜ਼ਾਰਾ ਹੋ ਸਕੇ। ਉਸ ਦੇ ਨਾਲ ਸਾਰਾ ਸਰਕੂਲੇਟ ਜੋ ਪੈਸਾ ਘੁੰਮਣਾ ਹੁੰਦਾ, ਆੜਤੀ ਕੋ ਪੈਸਾ ਆਇਆ, ਆੜਤੀ ਤੋਂ ਬਾਅਦ ਵਪਾਰੀ ਕੋਲ ਪੈਸਾ ਜਾਣਾ, ਵਪਾਰੀ ਤੋਂ ਬਾਅਦ ਮਾਰਕੀਟ ਦੇ ਵਿੱਚ ਪੈਸਾ ਸਾਰਾ ਘੁੰਮਣਾ ਹੈ। ਤਾਂ ਕਰਕੇ ਇੱਕ ਦੇਸ਼ ਦੀ ਇਕਨੋਮੀ ਤੁਹਾਡੀ ਖੇਤੀ ਦੇ ਉੱਪਰ ਟਿਕੀ ਹੁੰਦੀ ਹੈ। ਫਿਰ ਜਿਹੜੇ ਕਿਸਾਨ ਦੇ ਨਾਲ ਜੁੜੇ ਹੁੰਦੇ ਨੇ, ਕੋਈ ਸਾਰੀ ਉਹਦਾ ਸੀਰੀ ਜਾਂ ਸਾਂਝੀ, ਜੋ ਹੋਰ ਆਸੇ ਪਾਸੇ ਜੋ ਆਂਢੀ ਗੁਆਂਢੀ ਜਾਂ ਹੋਰ ਗਰੀਬ ਗੁਰਬੇ, ਉਹਨਾਂ ਸਾਰਿਆਂ ਦੇ ਘਰ ਖੁਸ਼ੀ ਦਾ ਮਾਹੌਲ ਹੁੰਦਾ ਹੈ, ਕਿਉਂਕਿ ਉੱਥੇ ਕਣਕ ਘਰ ਜਾਣੀ ਹੈ, ਕਣਕ ਜਿਹਦੇ ਘਰ ਆਏਗੀ ਤਾਂ ਉਹਨੂੰ ਆਪੇ ਖੁਸ਼ੀ ਮਿਲਣੀ ਹੈ। ਸੋ ਇਹ ਇੱਕ ਬੜਾ ਖੁਸ਼ੀ ਦਾ ਤਿਉਹਾਰ ਹੈ। ਆਪੇ ਗਾ ਕੇ, ਭੰਗੜੇ ਪਾ ਕੇ, ਗਿੱਧੇ ਪਾ ਕੇ, ਨੱਚ ਕੇ ਖੁਸ਼ੀ ਮਨਾਉਂਦਾ ਹੈ। ਭੰਗੜਾ ਪੰਜਾਬ ਦਾ ਲੋਕ ਨਾਚ ਹੈ। ਭਾਵੇਂ ਇਸ ਦਾ ਸ਼ੁਰੂਆਤ ਹੋਈ ਸੀ ਸਿਆਲਕੋਟ, ਜੋ ਕਿ ਲਹਿੰਦਾ ਪੰਜਾਬ ਹੈ ਪਾਕਿਸਤਾਨ ਦੇ ਵਿੱਚ, ਉੱਥੋਂ ਸ਼ੁਰੂਆਤ ਹੋਈ ਸੀ ਇਹਦੀ ਭੰਗੜੇ ਦੀ। ਅੱਜ ਜਿੱਥੇ ਕਿਤੇ ਲੋਕ ਨਾਚ ਦੀ ਗੱਲ ਚੱਲਦੀ ਹੈ ਤਾਂ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਚ ਭੰਗੜੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਤੁਸੀਂ ਅਕਸਰ ਦੇਖੋਗੇ ਵਿਸਾਖੀ ਦੇ ਉੱਪਰ ਥਾਂ ਥਾਂ ਤੇ ਮੇਲੇ ਲੱਗਦੇ ਨੇ, ਸੱਭਿਆਚਾਰਕ ਪ੍ਰੋਗਰਾਮ ਹੁੰਦੇ ਨੇ, ਤੇ ਉਹ ਕਾਸਟਿਊਮਸ ਪਾ ਕੇ, ਭੰਗੜੇ ਵਾਲੇ ਡਰੈਸ ਪਾ ਕੇ, ਤਾਂ ਸਾਰੇ ਖੁਸ਼ੀ ਦੇ ਵਿੱਚ ਖੀਵਾ ਹੋਇਆ ਜੱਟ ਨੱਚਦਾ। ਉਹ ਖੁਸ਼ੀ ਸਾਰੇ ਰਲ ਕੇ ਮਨਾਉਂਦੇ ਨੇ, ਕਿਉਂਕਿ ਘਰਾਂ ਦੇ ਵਿੱਚ ਦਾਣੇ ਆ ਜਾਂਦੇ ਨੇ, ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ, ਘਰਾਂ ਦੇ ਵਿੱਚ ਪੈਸਾ ਆਉਂਦਾ, ਤਾਂ ਸਾਰਾ ਪੈਸਾ ਸਰਕੂਲੇਟ ਹੋ ਕੇ ਘੁੰਮਦਾ। ਇਹਦੇ ਕਰਕੇ ਸਾਰੀ ਘੱਟੋ ਘੱਟ ਮੈਂ ਜੇ ਗੱਲ ਕਰਾਂ ਪੰਜਾਬ ਦੀ ਤੇ ਜਾਂ ਦੇਸ਼ ਨੂੰ, ਸਾਰਾ ਹੀ ਖੁਸ਼ਹਾਲ ਹੁੰਦਾ। ਜੇ ਕਿਸਾਨ ਖੁਸ਼ਹਾਲ ਹੈ ਤਾਂ ਪੂਰਾ ਦੇਸ਼ ਖੁਸ਼ਹਾਲ ਹੈ, ਪੂਰਾ ਸੂਬਾ ਖੁਸ਼ਹਾਲ ਹੈ। ਬਿਲਕੁਲ ਬਿਲਕੁਲ, ਇਸੇ ਕਰਕੇ ਮੈਨੂੰ ਲੱਗਦਾ ਜਿਹੜਾ ਸਰਕਾਰ ਵੱਲੋਂ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ ਵੀ ਕਿਸਾਨ ਦੀ ਜਿਹੜੀ ਫਸਲ ਆ ਉਸਨੂੰ ਨੁਕਸਾਨ ਨਾ ਹੋਵੇ। ਪਰ ਇੱਕ ਵੱਡੀ ਸਮੱਸਿਆ ਜਿਹੜੀ ਹੁਣ ਆਉਣੀ ਸ਼ੁਰੂ ਹੋਈ ਹੈ, ਇਹ ਕਣਕ ਦੀ ਵਾਢੀ ਨੂੰ ਲੈ ਕੇ। ਅੱਗੇ ਜਿਹੜੀ ਆ ਲੇਬਰ ਬਾਹਰੋਂ ਆ ਜਾਂਦੀ ਸੀ, ਪਰ ਹੁਣ ਇਸ ਸਮੇਂ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਜੀ ਜਸਪ੍ਰੀਤ ਜੀ, ਗੱਲ ਮੇਰੀ ਵਿੱਚ ਰਹਿ ਗਈ ਸੀ, ਤੁਸੀਂ ਗੱਲ ਕੀਤੀ ਸੀ ਮੰਡੀਆਂ ਦੀ, ਤੇ ਕਿਉਂਕਿ ਸਰਕਾਰ ਨੇ ਬੜੇ ਤਰੀਕੇ ਨਾਲ ਜੋ ਪਲਾਨਿੰਗ ਕਰੀ ਹੋਈ ਹੈ ਮੰਡੀਆਂ ਦੀ, ਉਹ ਗੱਲ ਠੀਕ ਹੈ ਕਿ ਹੁਣ ਲੇਬਰ ਬਾਹਰੋਂ ਆਉਣੀ ਬੰਦ ਹੋ ਗਈ। ਕਿਉਂਕਿ ਕਰੋਨਾ ਦਾ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਕਿ ਕਰੋਨਾ ਕਰਕੇ ਹਰੇਕ ਜਿਹੜਾ ਜਿੱਥੇ ਸੀ ਉੱਥੇ ਹੀ ਸਟਕ ਹੋ ਗਿਆ, ਮੂਵਮੈਂਟ ਕਿਤੇ ਨਹੀਂ ਹੋ ਰਹੀ। ਜੇ ਕੋਈ ਬਿਹਾਰ ਸੀ ਉਹ ਬਿਹਾਰ ਹੀ ਬੈਠੇ ਨੇ, ਯੂਪੀ ਵਾਲੇ ਯੂਪੀ ਬੈਠੇ ਨੇ, ਪੰਜਾਬ ਵਾਲੇ ਪੰਜਾਬ ਬੈਠੇ ਨੇ, ਤੇ ਇਹ ਹਜੇ ਪਤਾ ਨਹੀਂ ਕਿੰਨੀ ਕੁ ਦੇਰ ਸਮਾਂ ਚੱਲਣਾ ਹੈ। ਅੱਗੇ ਲੇਬਰ ਬਹੁਤਾਤ ਦੇ ਵਿੱਚ ਆ ਜਾਂਦੀ ਸੀ, ਲੇਬਰ ਨਾਲ ਹੱਥਾਂ ਨਾਲ ਵਾਢੀ ਹੋ ਜਾਂਦੀ ਸੀ, ਕਿਉਂਕਿ ਕਈ ਜਗ੍ਹਾ ਹੱਥਾਂ ਨਾਲ ਵਾਢੀ ਹੁੰਦੀ ਹੈ, ਕਈ ਜਗ੍ਹਾ ਕੰਬਾਈਨ ਨਾਲ ਹੁੰਦੀ ਹੈ। ਤੇ ਮੰਡੀ ਦੇ ਵਿੱਚ ਵੀ ਪੱਲੇਦਾਰਾਂ ਨੇ, ਕਿਉਂਕਿ ਕਾਫੀ ਬਹੁਤਾਤ ਲੇਬਰ ਯੂਪੀ ਤੋਂ ਜਾਂ ਬਿਹਾਰ ਤੋਂ ਹੁੰਦੀ ਸੀ, ਉਹ ਆ ਕੇ ਪੱਲੇਦਾਰੀ ਕਰਦੇ ਸੀ ਤੇ ਮੰਡੀਆਂ ਦੇ ਵਿੱਚ ਫਸਲ ਸਹੀ ਤਰੀਕੇ ਨਾਲ ਸਹੀ ਸਮੇਂ ਦੇ ਵਿੱਚ ਚੱਕੀ ਜਾਂਦੀ ਸੀ। ਹੁਣ ਲੇਬਰ ਨਹੀਂ ਆ ਰਹੀ, ਇਸ ਗੱਲ ਕਰਕੇ ਥੋੜੀ ਮੁਸ਼ਕਲ ਤਾਂ ਜ਼ਰੂਰ ਹੋ ਗਈ। ਪਰ ਦੂਜੀ ਗੱਲ ਥੋੜੀ ਜਿਹੀ ਇੱਥੇ ਵੀ ਸੋਚਣ ਵਾਲੀ ਬਣਦੀ ਹੈ ਕਿ ਸਾਡੇ ਆਪਣਾ ਪੰਜਾਬੀ ਨੌਜਵਾਨ ਆਪ ਹੱਥੀਂ ਕੰਮ ਕਰਦਾ ਛੱਡਦਾ ਜਾ ਰਿਹਾ। ਉਹਨੂੰ ਦੁਬਾਰਾ ਮੁੜ ਕੇ ਮੈਂ ਸੋਚਦਾ ਵੀ ਜਿੱਥੇ ਕਰੋਨਾ ਕਰਕੇ ਜਿੱਥੇ ਇੰਨਾ ਸਾਡਾ ਨੁਕਸਾਨ ਹੋਣਾ, ਉੱਥੇ ਕੁਝ ਸਾਨੂੰ ਇਹ ਗੱਲਾਂ ਸਿਖਾ ਕੇ ਜਾਣੀਆਂ ਨੇ। ਬਹੁਤ ਸਾਰੀ ਦੇਖੋ ਵਾਤਾਵਰਨ ਕਿੰਨਾ ਸ਼ੁੱਧ ਹੋ ਗਿਆ, ਸਾਨੂੰ ਅਸੀਂ ਹੱਥੀਂ ਕੰਮ ਕਰਨਾ ਛੱਡ ਗਏ ਸੀ। ਅੱਜ ਅਸੀਂ ਘਰਾਂ 'ਚ ਬੈਠੇ ਸੋਚ ਰਹੇ ਹਾਂ, ਐਂ ਲੱਗਦਾ ਜਿਵੇਂ ਕੁਦਰਤ ਨੇ ਰੀਫਰੈਸ਼ ਵਾਲਾ ਬਟਨ ਦੁਬਾਰਾ ਨੱਪ ਦਿੱਤਾ ਹੁੰਦਾ ਹੈ, ਤਾਂ ਕਿ ਸਾਨੂੰ ਪਤਾ ਲੱਗੇ ਅਸੀਂ ਕਿੱਦਾਂ ਕੰਮ ਕਰਨੇ ਸੀ। ਅੱਜ ਪੰਜਾਬ ਦੇ ਗੱਭਰੂ ਨੂੰ, ਪੰਜਾਬ ਦੇ ਨੌਜਵਾਨ ਨੂੰ ਹੱਥੀਂ ਕੰਮ ਕਰਨਾ ਪੈਣਾ ਹੈ। ਹੱਥੀਂ ਕੰਮ ਕਰਨ ਦੇ ਵਿੱਚ ਬਰਕਤ ਸੀ,
ਤੁਸੀਂ ਆਪ ਹੱਥੀਂ ਕੰਮ ਕਰੋਗੇ, ਮੰਡੀ ਦੇ ਵਿੱਚ ਫਸਲ ਜਾਏਗੀ ਤਾਂ ਤੁਹਾਨੂੰ ਖੁਸ਼ੀ ਮਿਲੇਗੀ। ਦੂਜੀ ਗੱਲ ਸਰਕਾਰ ਦੀ ਤੁਸੀਂ ਕੀਤੀ ਹੈ ਕਿ ਸਰਕਾਰ ਨੇ ਮੰਡੀਆਂ ਦੇ ਵਿੱਚ ਬੜੀ ਸਿਸਟਮੈਟਿਕਲੀ ਪਲਾਨਿੰਗ ਕੀਤੀ ਹੋਈ ਹੈ। ਆੜਤੀ ਦੀ ਡਿਊਟੀ ਲਾਤੀ, ਉਹਨੂੰ ਪਾਸ ਜਾਰੀ ਹੋਣੇ ਨੇ, ਇੱਕ ਦਿਨ ਦੇ ਵਿੱਚ ਸ਼ਾਇਦ 3 ਪਾਸ ਨੇ ਮੇਰਾ ਖਿਆਲ ਹੈ, ਉਹਨਾਂ ਨੇ ਆਪਣੀ ਮਰਜ਼ੀ ਦੇਣੇ ਨੇ 3 ਪਾਸ। ਉਹਦੇ ਵਿੱਚ ਬਹੁਤ ਘੱਟ ਸਿਸਟਮੈਟਿਕਲੀ ਇੱਕ ਇੱਕ ਕਰਕੇ ਟਰਾਲੀਆਂ ਆਉਣੀਆਂ ਤੇ ਇਹਨਾਂ ਨੇ ਇੱਕ ਸਮਾਂ ਬੜਾ ਵੱਡਾ ਵਧਾਤਾ, 15 ਅਪ੍ਰੈਲ ਤੋਂ ਲੈ ਕੇ ਲਗਭਗ 30 ਜੂਨ ਤੱਕ ਇਹ ਚੱਲਣੀ ਹੈ ਖਰੀਦ, ਕਿਉਂਕਿ ਹੌਲੀ ਹੌਲੀ ਇਸ ਬਿਮਾਰੀ ਕਰਕੇ ਬਹੁਤ ਸਾਰਾ ਢਾਂਚਾ ਹਿਲ ਚੁੱਕਿਆ ਸੀ। ਤਾਂ ਉਹਦੇ ਵਿੱਚ ਉੱਥੇ ਵੀ ਉਹਨਾਂ ਨੇ ਮੰਡੀਆਂ ਦੇ ਵਿੱਚ ਸਰਕਲ ਲਗਾ ਦਿੱਤੇ ਨੇ, ਮਾਰਕਿੰਗ ਕਰ ਦਿੱਤੀ ਗਈ ਹੈ, ਸੈਨੀਟਾਈਜ਼ਰ ਰੱਖ ਦਿੱਤੇ ਨੇ, ਪਾਣੀ ਅਲੱਗ ਰੱਖ ਦਿੱਤਾ ਹੈ ਤੇ ਉਹਦੇ ਵਿੱਚ ਜਦੋਂ ਸਟਾਫ ਹੈ, ਭਾਵੇਂ ਇੰਸਪੈਕਟਰ ਨੇ, ਭਾਵੇਂ ਆੜਤੀ ਨੇ, ਭਾਵੇਂ ਹੋਰ ਜੋ ਮੰਡੀ ਕਰਨ ਦਾ ਸਟਾਫ ਹੈ, ਉਹਨਾਂ ਦੀ ਡਿਊਟੀਆਂ ਲਗਾਈਆਂ ਗਈਆਂ। ਸੋਸ਼ਲ ਡਿਸਟੈਂਸ ਦਾ ਬੜਾ ਖਿਆਲ ਰੱਖਿਆ ਗਿਆ ਕਿ ਸਭ ਨੇ 1 ਮੀਟਰ ਤੋਂ ਦੂਰ ਦੂਰ ਖਲੋਣਾ ਹੈ ਤੇ ਇੱਥੇ ਹਰੇਕ ਚੀਜ਼ ਤੁਹਾਨੂੰ ਅਵੇਲੇਬਲ ਹੋਣੀ ਹੈ ਤਾਂ ਕਿ ਉਹ ਸਹੀ ਤਰੀਕੇ ਨਾਲ ਇੱਕ ਦੂਜੇ ਨਾਲ ਟੱਚ ਵੀ ਨਾ ਹੋ ਸਕੇ ਤੇ ਅਸੀਂ ਘੱਟੋ ਘੱਟ ਇਸ ਬਿਮਾਰੀ ਤੋਂ ਵੀ ਇhtiyat ਰੱਖਣੀ ਹੈ ਤੇ ਅਸੀਂ ਤਾਂ ਕਿ ਇਸ ਬਿਮਾਰੀ ਤੇ ਵੀ ਜਿੱਤ ਪ੍ਰਾਪਤ ਕਰ ਸਕੀਏ ਤੇ ਸਾਡੀ ਫਸਲਾਂ ਮੰਡੀ ਦੇ ਵਿੱਚ ਰੁਲਣ ਨਾਲ ਸਹੀ ਤਰੀਕੇ ਨਾਲ ਇਸ ਦਾ ਜੋ ਸਾਡਾ ਇਹ ਜੋ ਵਾਢੀ ਦਾ ਸੀਜ਼ਨ ਹੈ ਸਮਾਪਤ ਹੋ ਸਕੇ ਤੇ ਸਹੀ ਤਰੀਕੇ ਨਾਲ ਭੰਡਾਰਨ ਵੇਅਰ ਹਾਊਸਿੰਗ ਜਾਂ ਗਦਾਮਾਂ ਦੇ ਵਿੱਚ ਸਾਡੀ ਜੋ ਫਸਲ ਹੈ ਉਹ ਪਹੁੰਚ ਸਕੇ, ਕਿਉਂਕਿ ਸਰਕਾਰਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਸਰਕਾਰ ਨੇ ਫਸਲ ਸਾਂਭਣੀ, ਖਾਸ ਕਰਕੇ ਪੰਜਾਬ ਦੇ ਵਿੱਚ ਜਿੱਥੇ ਖੇਤੀ ਪ੍ਰਧਾਨ ਸੂਬਾ ਹੈ, ਜਦੋਂ ਇਹ ਸਹੀ ਤਰੀਕੇ ਨਾਲ ਇਹ ਨਜਿੱਠੀ ਜਾਂਦੀ ਹੈ ਤਾਂ ਸਰਕਾਰ ਵਾਸਤੇ ਵੀ ਇੱਕ ਬੜੀ ਵੱਡੀ ਪ੍ਰਾਪਤੀ ਹੈ ਕਿ ਉਸਦਾ ਜੋ ਮੰਡੀ ਕਰਨਾ ਹੈ, ਜੋ ਮੰਡੀ ਦੇ ਵਿੱਚ ਉਸਨੇ ਫਸਲ ਬੜੇ ਸਹੀ ਤਰੀਕੇ ਨਾਲ ਜ਼ਿਮੀਂਦਾਰਾਂ ਦੀ ਸੰਭਾਲੀ ਹੈ, ਇਹ ਵੀ ਇੱਕ ਉਸਦੇ ਇੱਕ ਪ੍ਰਾਪਤੀ ਦੇ ਵਿੱਚ ਗਿਣਿਆ ਜਾਣ ਵਾਲਾ ਕਦਮ ਹੈ। ਬਿਲਕੁਲ ਜੀ, ਮੈਨੂੰ ਲੱਗਦਾ ਇਸ ਸਮੇਂ ਜਦ ਹਮੇਸ਼ਾ ਹੀ ਕੋਈ ਨਵੀਂ ਕਣਕ ਆਉਂਦੀ ਆ ਜਾਂ ਨਵੀਂ ਫਸਲ ਹੁੰਦੀ ਆ ਤਾਂ ਬਹੁਤ ਸਾਰੇ ਪੰਜਾਬ ਦੇ ਜਿਹੜੇ ਬਹੁਤ ਸਾਰੀ ਮਤਲਬ ਮੈਂ ਕਹਿੰਦਾ ਸਾਰੇ ਜਿਹੜੇ ਐਸੇ ਕਿਸਾਨ ਹੁੰਦੇ ਨੇ ਉਹਦੀ ਪਹਿਲੀ ਵਾਢੀ ਜਿਹੜੀ ਉਹ ਗੁਰਦੁਆਰਾ ਸਾਹਿਬ ਜਾਂ ਉਹ ਧਾਰਮਿਕ ਸਥਾਨ ਜਾ ਕੇ ਨਤਮਸਤਕ ਹੁੰਦੇ ਆ, ਮੱਥਾ ਟੇਕਦੇ ਨੇ, ਉੱਥੇ ਦਿੰਦੇ ਨੇ। ਪਰ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਕਿਸਾਨਾਂ ਨੂੰ ਅਪੀਲ ਵੀ ਕਰਨੀ ਚਾਹੀਦੀ ਆ ਕਿ ਉਹ ਇਸ ਸਮੇਂ ਹੁਣ ਜਿੰਨੀ ਵੀ ਹੋਵੇ ਵੱਧ ਤੋਂ ਵੱਧ ਪਹੁੰਚਾਉਣ ਤਾਂ ਕਿ ਉਹਨਾਂ ਦਾ ਜਿਹੜਾ ਦਿੱਤੀ ਉਹਨਾਂ ਵੱਲੋਂ ਕਣਕ ਆ ਉਹਦਾ ਲੰਗਰ ਪੱਕ ਕੇ ਲੋਕਾਂ ਤੱਕ ਪੁੱਜ ਸਕੇ ਜਿਹੜੇ ਐਸਾ ਭੁੱਖੇ ਬੈਠੇ ਨੇ ਜਿਨ੍ਹਾਂ ਨੂੰ ਲੋੜ ਵੀ ਆ। ਜੀ ਬਿਲਕੁਲ ਜਸਪ੍ਰੀਤ ਜੀ, ਦੇਖੋ ਇਹ ਤਾਂ ਸਾਡੀ ਪਿਰਤ ਰਹੀ ਹੈ, ਘਾਲ ਖਾਏ ਕਿ ਛੱਤੋਂ ਦੇ ਹੱਥੋਂ ਦੇ ਨਾਨਕ ਦਾ ਪਛਾਣੇ ਸੇ। ਸਾਡੀ ਇਹ ਸ਼ੁਰੂ ਤੋਂ ਹੀ ਪਿਰਤ ਰਹੀ ਹੈ। ਭਾਵੇਂ ਸਿੱਖ ਕੌਮ ਨੂੰ ਤਾਂ ਬਾਬਾ ਨਾਨਕ ਨੇ 18 ਸਾਲ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਖੇਤੀ ਕਰਕੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦੇ ਗਏ ਗੁਰੂ ਨਾਨਕ ਸਾਹਿਬ। ਤੇ ਵੰਡ ਜਿਹੜਾ ਵੰਡ ਕੇ ਛਕਣਾ ਹੈ, ਅੱਜ ਉਹਨਾਂ ਦਾ ਉਪਦੇਸ਼ ਪੂਰੀ ਦੁਨੀਆ ਦੇ ਵਿੱਚ, ਮੈਂ ਫੇਰ ਬਾਰ-ਬਾਰ ਨਾਂ ਲੈ ਰਿਹਾ ਕਿਉਂਕਿ ਨਾਂ ਜੇ ਮੈਂ ਨਾਂ ਲਵਾਂ ਤਾਂ ਮੈਨੂੰ ਲੱਗਦਾ ਮੈਂ ਆਪਣੇ ਅਸੂਲਾਂ ਦੇ ਨਾਲ ਕੁਛ ਨਾ ਇਨਸਾਫੀ ਕਰ ਰਿਹਾ ਹੋਵਾਂਗਾ। ਖਾਲਸਾ ਏਡ ਇੰਟਰਨੈਸ਼ਨਲ, ਰਵੀ ਸਿੰਘ ਹੋਰੀ, ਜਿੱਥੇ ਕੋਈ ਨਹੀਂ ਪਹੁੰਚ ਸਕਦਾ ਉੱਥੇ ਵੀ ਜਾ ਕੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਵੰਡਿਆ, ਲੰਗਰ ਵੰਡਿਆ ਜਾਂ ਉੱਥੇ ਕੁਝ ਵੀ ਵੰਡਿਆ। ਤੇ ਦੂਜੀ ਗੱਲ ਇੱਕ ਹੋਰ ਵੀ ਹੈ ਕਿ ਅਕਲੀ ਕੀਚਾ ਦਾਨ। ਇੱਥੇ ਗੱਲ ਇਹ ਵੀ ਹੈ ਕਿ ਦਾਨ ਅਕਲ ਨਾਲ ਕਰਨਾ ਚਾਹੀਦਾ, ਦਾਨ ਦੀ ਸਾਨੂੰ ਦਿਸ਼ਾ ਬਦਲਣੀ ਪੈਣੀ ਹੈ। ਅੱਜ ਠੀਕ ਹੈ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਹਾੜੀ ਸੋਣੀ ਜਦੋਂ ਹੁੰਦੀ ਹੈ ਉਸ ਦੇ ਵਿੱਚ ਕਿਉਂਕਿ 24 ਘੰਟੇ ਬਿਨਾਂ ਕਿਸੇ ਦਾ ਭੇਦਭਾਵ, ਬਿਨਾਂ ਕਿਸੇ ਨਾਲ ਵਿਤਕਰਾ ਕੀਤਿਆਂ ਸਾਡੇ ਗੁਰੂ ਘਰਾਂ ਦੇ ਵਿੱਚੋਂ ਲੰਗਰ ਸੰਗਤ ਨੂੰ ਦਿੱਤਾ ਜਾਂਦਾ ਹੈ ਤੇ 24 ਘੰਟੇ ਲੰਗਰ ਚੱਲਦਾ ਹੈ। ਇਹ ਕੇਵਲ ਪੰਜਾਬ 'ਚ ਨਹੀਂ, ਕੇਵਲ ਹਿੰਦੁਸਤਾਨ 'ਚ ਨਹੀਂ, ਦੁਨੀਆ ਦੇ ਹਰ ਕੋਨੇ-ਕੋਨੇ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠਾ ਹੈ, ਇਹ ਲੰਗਰ ਦਾ ਜੋ ਸੰਕਲਪ ਸੀ, ਲੰਗਰ ਦਾ ਜੋ ਸਿਧਾਂਤ ਸੀ ਗੁਰੂ ਨਾਨਕ ਸਾਹਿਬ ਦਾ ਦਿੱਤਾ ਹੋਇਆ, ਉਹ ਥਾਂ ਪਰ ਥਾਂ ਗੁਰਦੁਆਰਿਆਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਚੱਲਦਾ ਹੈ। ਤੇ ਜਦੋਂ ਐਦਾਂ ਦੀ ਕੁਛ ਜਦੋਂ ਬੜੀ ਵੱਡੀ ਇੱਕ ਬਿਮਾਰੀ ਜੋ ਸਾਨੂੰ ਇੱਕ ਆ ਚੁੱਕੀ ਹੈ, ਮੁਸੀਬਤ ਨੇ ਘੇਰ ਲਿਆ ਹੋਇਆ, ਤਾਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਉੱਥੇ ਜ਼ਿਮੀਂਦਾਰਾਂ ਨੂੰ, ਕਿਸਾਨਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਆਪਣਾ ਦਸਵੰਧ, ਆਪਣਾ ਜੋ ਤੁਹਾਡਾ ਕਣਕ ਹੈ ਉਹ ਕੋਸ਼ਿਸ਼ ਕਰੋ ਕਿ ਜੋ ਵੀ ਜਥੇਬੰਦੀਆਂ ਸਮਾਜ ਸੇਵਾ ਕਰ ਰਹੀਆਂ, ਗੁਰਦੁਆਰੇ ਨੇ, ਗੁਰੂ ਘਰਾਂ ਦੇ ਵਿੱਚ ਉਹ ਦਵੋ ਤਾਂ ਕਿ ਉੱਥੇ ਦਵੋ ਜਿੱਥੇ ਇਹਦਾ ਸਹੀ ਯੂਟਿਲਾਈਜ਼ ਹੋ ਸਕੇ, ਸੰਗਤ ਨੂੰ ਮਿਲ ਸਕੇ। ਤੇ ਦਾਨ ਦੀ ਜਿੱਥੇ ਤੁਸੀਂ ਗੱਲ ਕੀਤੀ ਹੈ, ਸਾਨੂੰ ਅੱਜ ਦਿਸ਼ਾ ਬਦਲਣੀ ਪੈਣੀ ਹੈ। ਕਈ ਵਾਰੀ ਅਸੀਂ ਭਰੇ ਨੂੰ ਭਰੀ ਜਾਂਦੇ ਹਾਂ ਤੇ ਸੰਗਤ ਨੂੰ ਵੀ ਸਮਝਣਾ ਪੈਣਾ, ਘੱਟੋ ਘੱਟ ਜਿੱਥੇ ਅੱਜ ਅਸੀਂ ਮੁਸੀਬਤ ਵਿੱਚੋਂ ਲੰਘ ਰਹੇ ਹਾਂ, ਐਦਾਂ ਦਾ ਅਸੀਂ ਹੋਵੇ ਕਿ ਅਸੀਂ ਆਪਣੇ ਘਰਾਂ ਨੂੰ ਭਰੀ ਜਾਈਏ। ਕਈ ਵਾਰੀ ਪਿੱਛੇ ਜੇ ਵੀਡੀਓ ਦੇਖਣ ਨੂੰ ਮਿਲੀਆਂ ਕਿ ਕਈ ਲੋਕਾਂ ਨੇ ਘਰ ਹੀ ਆਪਣੇ ਬਹੁਤ ਜ਼ਿਆਦਾ ਭਰ ਲਏ ਨੇ। ਐਦਾਂ ਨਹੀਂ, ਕਈ ਵਾਰੀ ਜਿਹੜਾ ਜ਼ਰੂਰਤਮੰਦ ਹੈ ਉਹ ਭੁੱਖਾ ਰਹਿ ਜਾਂਦਾ ਹੈ, ਜਿਹਨੂੰ ਨਹੀਂ ਜ਼ਰੂਰਤ ਉਹਨਾਂ ਦੇ ਘਰਾਂ ਦੇ ਵਿੱਚ ਬੋਝ ਲੱਗ ਚੁੱਕੇ ਨੇ, ਬੋਰੀਆਂ ਭਰ ਚੁੱਕੀਆਂ ਨੇ। ਭੁੱਖਾ ਰਹਿ ਜਾਂਦਾ ਰੱਜਿਆ, ਮੈਂ ਕਿਹਾ ਹੋਰ ਰੱਜਿਆ ਕਈ ਵਾਰ ਭੁੱਖਾ ਰਹਿ ਜਾਂਦਾ ਹੈ। ਜੀ ਬਿਲਕੁਲ ਜ਼ਰੂਰਤਮੰਦ ਨੂੰ ਮਿਲਣਾ ਚਾਹੀਦਾ। ਜਿਹੜਾ ਪਹਿਲੇ ਰੱਜਿਆ ਹੋਇਆ ਉਹਨੂੰ ਆਪ ਨੂੰ ਵੀ, ਜੇ ਮੈਂ ਥੋੜੇ ਜਿਹੇ ਕਰੜੇ ਸ਼ਬਦਾਂ ਦੀ ਗੱਲ ਕਰਾਂ, ਉਹਨੂੰ ਸ਼ਰਮ ਚਾਹੀਦੀ ਹੈ ਕਿ ਘੱਟੋ ਘੱਟ ਜੇ ਤੇਰੇ ਘਰ ਇੰਨਾ ਪਿਆ ਤੂੰ ਕਿਸੇ ਜ਼ਰੂਰਤਮੰਦ ਨੂੰ ਦੇਵੇ। ਭੁੱਖ ਖਣੋ ਘੱਟੋ ਘੱਟ ਕੋਈ ਨਾ ਮਰੇ। ਸੋ ਅੱਜ ਜੇ ਸਾਡੇ ਕੋਲ ਬਹੁਤਾਤ ਹੈ ਤਾਂ ਅਸੀਂ ਅੱਗੇ ਵੰਡੀਏ। ਤੇ ਅੱਜ ਦਾਨ ਦੀ ਦਿਸ਼ਾ ਬਦਲਣ ਦੀ ਲੋੜ ਹੈ। ਸਾਡੇ ਜਿੱਥੇ ਨਰਸਿਸ, ਮੈਡੀਕਲ ਸਟਾਫ ਹੈ, ਪੈਰਾ ਮੈਡੀਕਲ ਸਟਾਫ ਹੈ, ਡਾਕਟਰਸ ਨੇ, ਉਹਨਾਂ ਕੋਲ ਅੱਜ PPE ਕਿੱਟਾਂ ਨਹੀਂ ਹੈਗੀਆਂ ਤਾਂ ਕਿ ਉਹ ਜਿਨ੍ਹਾਂ ਦਾ ਇਲਾਜ
ਕਰ ਰਹੇ ਨੇ, ਜੋ ਕਰੋਨਾ ਵਾਇਰਸ ਕੋਵਿਡ-19 ਤੋਂ ਪੀੜਤ ਨੇ, ਉਹਨਾਂ ਨੂੰ ਕਿੱਟਾਂ ਲੈ ਕੇ ਦਈਏ। ਅਸੀਂ ਲੰਗਰ ਜ਼ਰੂਰ ਜਿੱਥੇ ਜ਼ਰੂਰਤ ਹੈ ਲਾਈਏ, ਪਰ ਇਹ ਵੀ ਕਰੀਏ ਜੇ ਅਸੀਂ ਜਿਉਂਦੇ ਰਵਾਂਗੇ ਤਾਂ ਹੀ ਸਾਡੇ ਲਈ ਲੰਗਰ ਸਾਡੇ ਕੰਮ ਆਏਗਾ। ਬਿਲਕੁਲ ਗੁਰਰਾਜ ਸਾਹਿਬ, ਬਿਲਕੁਲ ਜਿਹੜਾ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਕਿ ਲੰਗਰ ਦੀ ਸਾਨੂੰ ਜਿਹੜੀ ਦਿਸ਼ਾ ਬਦਲਣੀ ਹੋਵੇਗੀ। ਬਿਲਕੁਲ ਜਿੱਥੇ ਅਸੀਂ ਰੋਟੀ ਦਾ ਦਾਨ ਕਰਦੇ ਆ, ਲੰਗਰ ਦਾ ਦਾਨ ਕਰਦੇ ਆ, ਉੱਥੇ ਜਿਹੜੀਆਂ ਜ਼ਰੂਰਤ ਦੀਆਂ ਸਮਾਨ ਨੂੰ ਵੀ ਅਸੀਂ ਉਹਨਾਂ ਤੱਕ ਪਹੁੰਚਾਈਏ ਤਾਂ ਕਿ ਜਿਹੜਾ ਸਹੀ ਰਹਿ ਸਕਦਾ ਆ। ਸੋ ਇਹ ਬੜਾ ਜਿਹੜਾ ਸਮਾਂ ਆਪਣੇ ਕੋਲ ਤਾਂ ਨਹੀਂ ਹੈ ਗੁਰਰਾਜ ਸਾਹਿਬ, ਤੇ ਪਰ ਇੱਕ ਲਾਸਟ ਜਾਂਦੇ ਜਾਂਦੇ ਇੱਕ ਮੈਸੇਜ ਜਿਹੜਾ ਸਿੱਖ ਕੌਮ ਦੇ ਲਈ ਤੇ ਸਾਡੀ ਪੰਜਾਬ ਦੀ ਸੰਗਤ ਦੇ ਲਈ। ਜੀ ਮੈਂ ਬੜਾ ਨਿਮਾਣਾ ਜਿਹਾ ਹੈਗਾ, ਤਾਂ ਮੈਂ ਇੰਨਾ ਜੋਗਾ ਹੈ ਨਹੀਂ ਕੋਈ ਮੈਸੇਜ ਦੇ ਸਕਾਂ, ਪਰ ਮੈਂ ਗੁਜ਼ਾਰਿਸ਼ ਹੈ, ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਇਹ ਸਮਾਂ ਜਿਹੜਾ ਆਇਆ ਹੈ, ਜੇ ਸਮਾਂ ਉਹ ਨਹੀਂ ਰਿਹਾ, ਸਮਾਂ ਇਹ ਵੀ ਨਹੀਂ ਰਹਿਣਾ, ਸਮਾਂ ਲੰਘ ਜਾਣਾ ਹੈ। ਕਿਉਂਕਿ ਇਹਦੇ ਵਿੱਚ ਸਾਡੀ ਇਨਸਾਨੀਅਤ ਦੀ ਪਰਖ ਹੋਣੀ ਹੈ, ਸਾਡੀਆਂ ਜ਼ਮੀਰਾਂ ਦੀ ਪਰਖ ਹੋਣੀ ਹੈ। ਕਿਉਂਕਿ ਬੱਚਾ ਸਾਰੀ ਉਮਰ ਪੜ੍ਹਦਾ, ਸਾਰਾ ਸਾਲ ਪੜ੍ਹਦਾ, ਪਤਾ ਉਹਦਾ ਉਦੋਂ ਲੱਗਦਾ ਜਦੋਂ ਇਮਤਿਹਾਨ ਹੁੰਦੇ ਨੇ। ਇਹ ਸੋਚ ਲਓ ਕਿ ਸਾਡੇ ਪੇਪਰਾਂ ਦਾ ਸਮਾਂ, ਸਾਡੇ ਇਮਤਿਹਾਨ ਚੱਲ ਰਹੇ ਨੇ। ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਸਮਝੇ, ਜਿੱਥੇ ਲੋੜ ਹੈ ਉੱਥੇ ਉਸ ਤਰੀਕੇ ਦਾ ਦਾਨ ਜੇ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਕਰੋ, ਭਾਵੇਂ ਉਹ ਤਨ ਨਾਲ ਹੋ ਸਕੇ, ਮਨ ਨਾਲ ਹੋ ਸਕੇ, ਧਨ ਨਾਲ ਹੋ ਸਕੇ, ਜਾਂ ਤੁਸੀਂ ਤੇ ਕੋਸ਼ਿਸ਼ ਕਰੋ ਜੋ ਸਾਨੂੰ ਸਰਕਾਰ ਨਸੀਹਤਾਂ ਦੇ ਰਹੀ ਹੈ ਉਹਦਾ ਪਾਲਣ ਕਰੀਏ। ਜੋ ਡਾਕਟਰਸ ਕਹਿ ਰਹੇ ਨੇ ਸੋਸ਼ਲ ਡਿਸਟੈਂਸ ਜ਼ਰੂਰ ਰੱਖੀਏ, ਜੇ ਕੋਈ ਗੱਲ ਹੈ ਤਾਂ ਆਪਾਂ ਇਹਨੂੰ ਘਰਾਂ ਦੇ ਵਿੱਚ ਰੱਖੀਏ, ਅਸੀਂ ਬਾਹਰ ਨਾ ਜਾਈਏ। ਜੇ ਇੰਨਾ ਕੀਤੇ ਨਾ ਸਾਡਾ ਬਚਾਅ ਹੋ ਸਕਦਾ ਤਾਂ ਮੇਰੇ ਖਿਆਲ ਨਾਲ ਸੌਦਾ ਮਹਿੰਗਾ ਨਹੀਂ ਹੈਗਾ। ਤੇ ਅਸੀਂ ਆਪਣੇ ਨੂੰ ਬਚਾਅ ਕਰੀਏ, ਆਪਣੇ ਨਾਲਦਿਆਂ ਦਾ ਬਚਾਅ ਕਰੀਏ, ਜੇ ਕਿਸੇ ਨੂੰ ਨਹੀਂ ਪਤਾ ਤਾਂ ਉਹਨੂੰ ਦੱਸ ਸਕੀਏ। ਸੋ ਦਾਨ ਦੀ ਦਿਸ਼ਾ ਬਦਲੀਏ, ਤਾਂ ਇਹ ਸਾਰਾ ਕੁਝ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਸਾਰਾ ਕੁਝ ਆਪਣੇ ਤੇ ਲਾਗੂ ਕਰਨਾ ਪੈਣਾ, ਤਾਂ ਹੀ ਅਸੀਂ ਦੂਜੇ ਲਈ ਐਗਜ਼ਾਮਪਲ ਬਣ ਸਕਦੇ ਹਾਂ, ਉਦਾਹਰਨ ਬਣ ਸਕਦੇ ਹਾਂ। ਜੀ ਬਿਲਕੁਲ ਜੀ, ਬਿਲਕੁਲ ਗੱਲ ਸਹੀ ਹੈ ਗੁਰਰਾਜ ਸਾਹਿਬ। ਤੇ ਅੱਜ ਤੁਸੀਂ ਵਿਸਾਖੀ ਦੇ ਇਸ ਮੌਕੇ ਤੇ ਵਿਸ਼ੇਸ਼ ਗੱਲਬਾਤ ਕੀਤੀ ਹੈ, ਵਿਸਾਖੀ ਬਾਰੇ ਗੱਲ ਕੀਤੀ, ਖਾਲਸਾ ਸਿਰਜਣਾ ਦਿਵਸ ਬਾਰੇ ਗੱਲ ਕੀਤੀ ਹੈ, ਕਿਸਾਨਾਂ ਬਾਰੇ ਗੱਲ ਕੀਤੀ ਹੈ, ਪੰਜਾਬ ਦੀ ਕਿਸਾਨੀ ਬਾਰੇ ਗੱਲ ਕੀਤੀ ਆ, ਸਿਸਟਮ ਬਾਰੇ ਵੀ ਅਸੀਂ ਅੱਜ ਗੱਲ ਕੀਤੀ ਆ, ਤੇ ਬੜਾ ਚੰਗਾ ਲੱਗਿਆ ਤੁਹਾਡਾ ਗੱਲ ਕਰਕੇ। ਬਹੁਤ ਸਾਰੇ ਜਿਹੜੇ ਲੋਕ ਸਾਡੇ ਨਾਲ ਜੁੜੇ ਸੀ ਉਹਨਾਂ ਦਾ ਵੀ ਧੰਨਵਾਦ ਆ, ਤੁਹਾਡਾ ਵੀ ਧੰਨਵਾਦ ਆ। ਤੇ ਇੱਕ ਵਾਰੀ ਫੇਰ ਮੈਂ ਜਿਹੜੀ ਸਾਡੀ ਸਮੁੱਚੀ ਟੀਮ ਆ ਸਟਾਰ ਕੈਨੇਡਾ ਟੀਵੀ ਦਾ ਪੂਰਾ ਅਦਾਰਾ ਹੈ, ਉਹਦੇ ਵੱਲੋਂ ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ, ਵਧਾਈਆਂ ਦਿੰਦਾ ਆ, ਤੇ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਜਿਹੜਾ ਦਿਨ ਹੈ ਤੁਹਾਡੇ ਲਈ ਬੜਾ ਖੁਸ਼ੀਆਂ ਖੇੜੇ ਵਾਲਾ ਹੋਵੇ, ਤੰਦਰੁਸਤੀ ਬਖਸ਼ੇ ਪ੍ਰਮਾਤਮਾ, ਤੇ ਤੁਹਾਨੂੰ ਬਲ ਬਖਸ਼ੇ, ਜਿਹਦੇ ਨਾਲ ਤੁਸੀਂ ਇਹ ਜਿਹੜੀ ਬਿਮਾਰੀ, ਭਿਆਨਕ ਬਿਮਾਰੀ ਚੱਲ ਰਹੀ ਹੈ, ਉਹਨਾਂ ਨਾਲ ਨਜਿੱਠ ਸਕੋ, ਉਹਨਾਂ ਲੜ ਸਕੋ। ਸੋ ਗੁਰਰਾਜ ਸਾਹਿਬ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ ਜੀ। ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੂੰ, ਇੱਕ ਵਾਰੀ ਲੱਖ-ਲੱਖ ਵਧਾਈਆਂ, ਲੱਖ-ਲੱਖ ਮੁਬਾਰਕਬਾਦ, ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।